ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਪਿਛਲਾ 2 ਸਾਲ ਦਾ ਸਮਾਂ ਸਾਰੀ ਦੁਨੀਆ ਦੇ ਨਾਲ ਕੈਨੇਡਾ ਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਯਾਨੀ ਕਿ ਸੂਬੇ ਦੇ ਲਈ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਭਰਪੂਰ ਸੀ। ਉਹਦੇ ਵਿੱਚ ਆਪਾਂ ਕੋਵਿਡ ਦਾ ਸਾਹਮਣਾ ਕੀਤਾ। ਕੋਵਿਡ ਤੋਂ ਬਾਅਦ ਰਹਿੰਦੀਆਂ ਖੁੰਦੀਆਂ ਕਸਰਾਂ ਜਿਹੜੀਆਂ ਕਦੇ ਇੱਥੇ ਅੱਗ ਲੱਗ ਗਈ, ਕੁਦਰਤੀ ਕਰੋਪੀ ਸੀ ਨਾ, ਉਹਦੇ ਤੋਂ ਬਾਅਦ ਫਿਰ ਲੂ ਬੜੀ ਵਗੀ, ਜਿਹੜੀ ਹੀਟ ਇੰਨੀ ਜ਼ਿਆਦਾ ਹੋ ਗਈ ਸੀ ਕਿ ਉਹਦੇ ਕਰਕੇ ਵੀ ਨੁਕਸਾਨ ਹੋਇਆ। ਫਿਰ ਅਚਾਨਕ ਹੜ੍ਹ ਆ ਗਏ। ਕੁਦਰਤ ਦੇ ਨਾਲ ਸੰਬੰਧਿਤ ਚੀਜ਼ਾਂ ਸੀ ਤੇ ਜਦੋਂ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਗੱਲ ਦੇ ਉੱਤੇ ਟਿਕਦੀਆਂ ਕਿ ਹੁਣ ਸਰਕਾਰ ਸਾਡੀ ਬਾਂਹ ਫੜੇ। ਜਦੋਂ ਹੜ੍ਹ ਆਏ ਤਾਂ ਬਹੁਤ ਸਾਰੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਕਿਸਾਨ ਸੀ, ਉਹਨਾਂ ਦੀ ਸਮੱਸਿਆ ਖੜੀ ਹੋਈ। ਉਹਨਾਂ ਦੇ ਖੇਤ ਡੁੱਬ ਗਏ, ਉਹਨਾਂ ਦੇ ਘਰ ਡੁੱਬ ਗਏ, ਉਹਨਾਂ ਦੀ ਮਸ਼ੀਨਰੀ ਖਰਾਬ ਹੋਈ, ਜਗ੍ਹਾ ਜਗ੍ਹਾ ਤੇ ਇਕੱਠ ਹੋਏ, ਮੰਗਾਂ ਸਰਕਾਰ ਕੋਲ ਰੱਖੀਆਂ ਗਈਆਂ, ਸਰਕਾਰ ਦੇ ਨੁਮਾਇੰਦੇ ਉਹਨਾਂ ਦੇ ਕੋਲੇ ਪਹੁੰਚੇ ਤੇ ਅਗਲਾ ਸਟੈਪ ਇਹ ਹੁੰਦਾ ਕਿ ਆਖਿਰਕਾਰ ਸਰਕਾਰ ਨੇ ਉਧਰਲੇ ਪਾਸੇ ਕੀਤਾ ਕੀ। MLA ਜਗਰੂਪ ਬਰਾੜ ਜੀ ਪਹਿਲੇ ਦਿਨ ਤੋਂ ਇਸ ਮਸਲੇ ਦੇ ਉੱਤੇ ਖਾਸ ਤੌਰ ਦੇ ਉੱਤੇ ਪੰਜਾਬੀ ਭਾਈਚਾਰੇ ਨੂੰ ਇਹਦੇ ਸੰਬੰਧੀ ਜਾਣਕਾਰੀ ਸਰਕਾਰ ਵਾਲੇ ਪਾਸਿਓਂ ਦਿੰਦੇ ਆਏ ਆ। ਅੱਜ ਵੀ ਸਾਡੇ ਨਾਲ ਜਗਰੂਪ ਬਰਾੜ ਜੀ ਨੇ, ਕਿਉਂਕਿ ਇੱਕ ਪੈਕੇਜ ਆਇਆ, ਇੱਕ ਅਨਾਉਂਸਮੈਂਟ ਸਰਕਾਰ ਵਾਲੇ ਪਾਸਿਓਂ ਹੋਈ ਹੈ। ਉਹ ਅਨਾਉਂਸਮੈਂਟ ਕੀ ਹੈ, ਸਰਕਾਰ ਨੇ ਹੁਣ ਕਿਸਾਨਾਂ ਦੇ ਲਈ ਕੀ ਕੀਤਾ, ਉਹਦੇ ਬਾਬਤ ਚਰਚਾ ਕਰਾਂਗੇ। ਬਰਾੜ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਸਾਹਿਬ, ਤੁਹਾਡਾ ਤੇ ਟੀਵੀ ਪ੍ਰਾਈਮ ਏਸ਼ੀਆ ਦੇ ਸਾਰੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਮੇਰੀ ਨਿੱਘੀ ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ, ਨਮਸਕਾਰ ਤੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਮੌਕਾ ਦਿੱਤਾ ਹੈ। ਬੜਾ ਮਹੱਤਵਪੂਰਨ ਵਿਸ਼ਾ ਹੈ ਜਿਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ। ਬਰਾੜ ਸਾਹਿਬ, ਇੱਕ ਨਾ ਕਮਿਊਨੀਕੇਸ਼ਨ ਗੈਪ ਹਮੇਸ਼ਾ ਕਈ ਵਾਰੀ ਰਹਿ ਜਾਂਦਾ ਹੈ ਨਾ ਜੀ, ਕਿਉਂਕਿ ਜਿਹੜਾ ਬੰਦਾ ਪੀੜਤ ਹੁੰਦਾ ਉਹ ਸੋਚਦਾ ਕਿ ਮੇਰੀ ਬਾਂਹ ਫੜੀ ਜਾਵੇ। ਹਾਂਜੀ, ਸਰਕਾਰ ਵਾਲੇ ਪਾਸਿਓਂ ਹੋ ਸਕਦਾ ਜੇ ਕੁਝ ਕਰਨਾ ਚਾਹੁੰਦੇ ਆ, ਪਰ ਜੇ ਕਮਿਊਨੀਕੇਟ ਚੰਗੇ ਤਰੀਕੇ ਨਾ ਹੋਵੇ ਤਾਂ ਕੰਮ ਕਈ ਵਾਰੀ ਸਿਰੇ ਨਹੀਂ ਚੜ੍ਹਦਾ। ਬਿਲਕੁਲ। ਹੁਣ ਕਿਸਾਨਾਂ ਦੀ, ਆਮ ਲੋਕਾਂ ਦੀ ਹੜ੍ਹਾਂ ਦੇ ਕਰਕੇ ਬਹੁਤ ਨੁਕਸਾਨ ਹੋਇਆ, ਉਹਨਾਂ ਦੀਆਂ ਮੰਗਾਂ ਸੀ। ਸਰਕਾਰ ਨੇ ਹੁਣ ਪੈਕੇਜ ਦਿੱਤਾ ਹੈ, ਅਨਾਉਂਸਮੈਂਟ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਦੱਸਿਓ ਕਿ ਗਿਣਤੀ ਕਿੰਨੀ ਕੁ ਸੀ ਜਿਹੜੇ ਫਾਰਮਰ ਪ੍ਰਭਾਵਿਤ ਹੋਏ ਨੇ ਸਮੁੱਚੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਿੱਚ। ਜੀ, ਮੈਂ ਤੁਹਾਡੇ ਸਵਾਲ ਦਾ ਉੱਤਰ ਦੇਣ ਤੋਂ ਪਹਿਲਾਂ ਮੈਂ ਗੱਲ ਕਹਿਣੀ ਚਾਹੁੰਦਾ, ਤੁਸੀਂ ਬੜੀ ਸੰਖੇਪ ਦੇ ਵਿੱਚ ਬੜੀ ਖੂਬਸੂਰਤ ਗੱਲ ਕੀਤੀ ਹੈ ਕਿ BC ਦੇ ਲੋਕਾਂ ਨੇ ਇੱਕ ਬਹੁਤ ਔਖਾ ਸਫ਼ਰ ਤੈਅ ਕੀਤਾ ਪਿਛਲੇ 2 ਸਾਲ। ਜੀ, ਚਾਹੇ ਉਹ ਕੋਵਿਡ-19 ਦੀ ਜਰਨੀ ਹੋਵੇ ਜਾਂ ਉਸ ਤੋਂ ਬਾਅਦ ਜਿਹੜੀਆਂ ਜੰਗਲੀ ਅੱਗਾਂ ਲੱਗੀਆਂ, ਜੰਗਲੀ ਅੱਗਾਂ ਤੋਂ ਬਾਅਦ ਸਾਡੇ ਇਤਿਹਾਸਕ ਹੜ੍ਹ ਆਏ ਜੀ, ਔਰ ਉਹ ਸਾਰੇ ਕੁਝ ਦੇ ਵਿੱਚ ਜਿਹੜੇ ਬਹੁਤ ਔਖਾ ਸਮਾਂ ਲੋਕਾਂ ਦੇ ਉੱਤੇ ਸੀਗਾ, ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਫਾਰਮਰ ਸੀਗੇ ਜਾਂ ਈਵਨ ਸਾਡੇ ਟਰੱਕਰ ਵੀ ਸੀਗੇ ਜਿਹੜੇ ਹਾਈਵੇ 'ਤੇ ਚੱਲਦੇ ਸੀ, ਬਹੁਤ ਔਖਾ ਸਮਾਂ ਦੇ ਵਿੱਚੋਂ ਗੁਜ਼ਰੇ ਆ ਪਿਛਲੇ 3 ਮਹੀਨੇ। ਪਰ ਮੈਂ ਇਸ ਗੱਲ ਦੀ ਦਾਦ ਦੇਣੀ ਚਾਹੁੰਦਾ ਕਿ BC ਦੇ ਲੋਕਾਂ ਨੇ ਇਕੱਠੇ ਹੋ ਕੇ ਜਦੋਂ ਵੀ ਕੋਈ ਔਖਾ ਸਮਾਂ ਹੋਇਆ ਔਰ ਲੋਕ ਕਿਸੇ ਔਖੇ ਸਮੇਂ 'ਚ ਘਿਰੇ ਹੈ, ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਦੀ ਜਾ ਕੇ ਮਦਦ ਕੀਤੀ ਹੈ। ਇੱਕ ਚੰਗੇ ਸਮਾਜ ਦੀ ਨਿਸ਼ਾਨੀ ਇਹੀ ਹੈ। ਜੀ, ਹੈਲੀਕਾਪਟਰਾਂ ਰਾਹੀਂ ਖਾਣਾ ਬਣਾ ਕੇ ਆਪਣੇ ਗੁਰੂ ਘਰਾਂ ਦੇ ਵਿੱਚੋਂ ਉੱਥੇ ਭੇਜਿਆ ਗਿਆ। ਇਸੇ ਤਰੀਕੇ ਦੇ ਨਾਲ ਈਵਨ ਜਿਹੜਾ ਖਾਣਾ ਉੱਥੇ ਗਊਆਂ ਨੂੰ ਹੈਲੀਕਾਪਟਰ ਰਾਹੀਂ ਸਿੱਟਿਆ ਗਿਆ ਜੀ, ਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਮਦਦ ਜਿਹੜੀ ਕੀਤੀ ਗਈ, ਟਰੱਕਾਂ ਰਾਹੀਂ ਉੱਥੇ ਖਾਣਾ ਗਿਆ। ਸੋ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਤੋਂ ਬਿਗਨ ਵਿਦ ਕੇ ਵੀ ਜਿਹੜਾ ਉਹਨਾਂ ਨੇ ਸਹਿਯੋਗ ਦਿੱਤਾ। ਇਸੇ ਕਰਕੇ ਜਿਹੜਾ ਕੈਨੇਡਾ ਇੱਕ ਬਿਹਤਰ ਸੁਸਾਇਟੀ ਸਾਡੀ ਹੈਗੀ ਹੈ। ਜੀ, ਜਿੱਥੋਂ ਤੱਕ ਆਪਾਂ ਹੜ੍ਹਾਂ ਦੀ ਗੱਲ ਕਰਦੇ ਹਾਂ ਕਿ ਇਹ ਹੜ੍ਹ ਪਹਿਲੀ ਗੱਲ ਤਾਂ ਇਹ ਹੈਗੀ ਕਿ ਇਤਿਹਾਸਕ ਜਿਹੜੇ ਇਹ ਹੜ੍ਹ ਸੀਗੇ, ਇਹਦੇ ਵਿੱਚ ਜਿਹੜੇ ਇੰਨੇ ਵੱਡੇ ਜਾਂ ਪਿਛਲੇ ਆਪਣੇ ਇਤਿਹਾਸ ਦੇ ਵਿੱਚ ਕਦੇ ਆਏ ਨਹੀਂ। ਬਹੁਤ ਵੱਡਾ ਜਿਹੜਾ ਇਹ ਹੜ੍ਹ ਸੀਗਾ ਜਿਹਦੇ ਨੇ ਬਹੁਤ ਵੱਡਾ ਨੁਕਸਾਨ ਕੀਤਾ। ਇਹਦੇ ਵਿੱਚ ਲਗਭਗ ਜਿਹੜਾ 1100 ਫਾਰਮਰ ਜਿਹੜੇ ਹੈਗੇ ਆ ਫਾਰਮ ਉਹ ਇਨਵੋਲਵ ਹੈਗੇ ਆ। 1100 ਫਾਰਮ ਸੂਮਸ ਪ੍ਰੇਰੀ ਦੇ ਵਿੱਚ, ਜਿਹਦੇ 'ਚ ਐਬਸਫੋਰਡ ਦਾ ਏਰੀਆ ਹੈਗਾ, ਉਸ ਤੋਂ ਬਾਅਦ ਜਿਹੜਾ ਹੈਗਾ ਮੇਰਿਟ ਦੇ ਵਿੱਚ ਤੇ ਪ੍ਰਿੰਸਟਨ ਦੇ ਇਲਾਕੇ ਜਿਹੜਾ ਆਲੇ ਦੁਆਲੇ। ਇੱਥੇ 1100 ਫਾਰਮ ਇਹਦੇ 'ਤੇ ਪ੍ਰਭਾਵਿਤ ਨੇਗੇ। 1100 ਫਾਰਮ ਤੋਂ ਭਾਵ ਕੀ ਹੈਗਾ, ਇਹਦੇ ਵਿੱਚ ਲਗਭਗ 70,000 ਏਕੜ ਜ਼ਮੀਨ ਜੀ ਜਿਹੜੀ ਪ੍ਰਭਾਵਿਤ ਹੋਈ ਹੈ। ਬਈ ਬਹੁਤ ਸਾਰੇ ਥਾਵਾਂ 'ਤੇ ਉਹ ਪਾਣੀ 'ਚ ਡੁੱਬੀ ਰਹੀ ਜਾਂ ਉਹ ਕੰਟੈਮੀਨੇਟ ਹੋ ਗਈ, ਉਹਦੇ ਬੂਟੇ ਸੀ ਉਹ ਮਰ ਗਏ ਜੀ। ਔਰ ਉਹਦੇ ਨਾਲ 25 ਲੱਖ ਜਿਹੜਾ ਲਾਈਵ ਸਟਾਕ ਸੀਗਾ, 25 ਲੱਖ ਜਿਹੜੇ ਜਾਨਵਰ ਸੀਗੇ, ਪਸ਼ੂ ਸੀਗੇ, ਉਹ ਜਿਹੜੇ ਹੈਗੇ ਇਹਦੇ ਵਿੱਚ ਮਾਰੇ ਗਏ ਜਾਂ ਪ੍ਰਭਾਵਿਤ ਹੋਏ। ਸੋ ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਇਹ BC ਦੇ ਵਿੱਚ ਹੋਇਆ, ਜਿਹਦੇ ਕਰਕੇ ਸੂਬਾ ਸਰਕਾਰ ਨੇ ਜਿਹੜੀ ਸਾਰੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਕੇ, ਫੈਡਰਲ ਸਰਕਾਰ ਨਾਲ ਗੱਲਬਾਤ ਕਰਕੇ, ਫੈਡਰਲ ਸਰਕਾਰ ਦੇ 2 ਮਹਿਕਮੇ ਨੇ ਗੱਲਬਾਤ ਕਰਕੇ ਜਿਹੜਾ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਸਾਰਿਆਂ ਦੇ ਨੂੰ ਕੰਪਨਸੇਟ ਕਰਨ ਦੇ ਲਈ ਅਸੀਂ ਇੱਕ ਵਧੀਆ ਪੈਕੇਜ ਲੈ ਕੇ BC ਦੇ ਲੋਕਾਂ ਸਾਹਮਣੇ ਔਰ ਖਾਸ ਕਰਕੇ ਫਾਰਮਰਸ ਦੇ ਸਾਹਮਣੇ ਅਸੀਂ ਪੇਸ਼ ਹੋਈਏ। ਜੀ ਬਰਾੜ ਸਾਹਿਬ, ਕਿਉਂਕਿ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਤੇ ਬਹੁਤ ਸਾਰੇ ਪੰਜਾਬੀ ਕਿਸਾਨ ਸੀ, ਜਦੋਂ ਉਹਨਾਂ ਦੇ ਕੋਲੇ ਜਾਂਦੇ ਸੀ, ਹੜ੍ਹ ਆਏ ਸੀ ਤਾਂ ਉਹ ਕਹਿੰਦੇ ਸੀ ਜੀ 20 ਸਾਲ ਟਰੱਕ ਚਲਾਇਆ ਜਾਂ ਫੈਕਟਰੀਆਂ 'ਚ ਕੰਮ ਕੀਤਾ, ਮਸਾਂ ਜ਼ਮੀਨ ਬਣਾਈ ਸੀ, ਉਹਦੇ ਤੋਂ ਬਾਅਦ ਹੁਣ ਪੱਲੇ ਕੱਖ ਨਹੀਂ ਰਿਹਾ। ਤੇ ਉਹ
ਇਸ ਪੈਕੇਜ ਦੀ ਉਡੀਕ ਕਰ ਰਹੇ ਸਾਰੇ ਲੋਕਾਂ ਨੂੰ ਸੀ ਕਿ ਸਰਕਾਰ ਕੁਝ ਦੇਵੇ। ਹੁਣ ਸਰਕਾਰ ਕਿੱਦਾਂ ਸਾਡੀ ਬਾਂਹ ਫੜਦੀ ਆ, ਅਸੀਂ ਟੈਕਸ ਦਿੰਨੇ ਆ। ਹੁਣ ਇਹ ਕੰਪਨਸੇਸ਼ਨ ਪੈਕੇਜ ਹੈ ਕੀ, ਜਾਣੀ ਜੇ ਉਹਨੂੰ ਆਪਾਂ ਮੋਟੇ ਤੌਰ ਤੇ ਸਮਝਣਾ ਹੋਵੇ ਕਿ ਉਹ ਕਿਹਨਾਂ ਦੇ ਲਈ ਹੈ, ਬਿਲਕੁਲ ਕਿਵੇਂ ਦਿੱਤਾ ਜਾਊਗਾ, ਸਾਰਾ ਸਮਝਾਇਓ। ਬਿਲਕੁਲ। ਪਹਿਲੀ ਗੱਲ ਤਾਂ ਜੀ ਬੜਾ ਲੰਬਾ ਇੰਤਜ਼ਾਰ ਕਰਨਾ ਪਿਆ ਫਾਰਮਰਸ ਨੂੰ। ਅਸੀਂ ਸਮਝਦੇ ਹਾਂ ਕਿ ਇਹ ਤੋਂ ਪਹਿਲਾਂ ਹੋ ਜਾਂਦਾ ਚੰਗਾ ਸੀ, ਪਰ ਇਹਦੇ ਵਿੱਚ ਇਕੱਲੀ ਸੂਬਾ ਸਰਕਾਰ ਸ਼ਾਮਲ ਨਹੀਂ ਸੀ। ਇਹਦੇ ਵਿੱਚ ਫੈਡਰਲ ਸਰਕਾਰ ਦੇ 2 ਮਹਿਕਮੇ ਸ਼ਾਮਲ ਸੀਗੇ ਔਰ ਬੜਾ ਲਗਾਤਾਰ ਨੈਗੋਸ਼ੀਏਟ ਕਰਕੇ ਉਸ ਤੋਂ ਬਾਅਦ ਜਿਹੜੀ ਸੂਬਾ ਸਰਕਾਰ ਅਪਰੂਵਲ ਕਰਦੀ ਹੈ, ਫਿਰ ਫੈਡਰਲ ਸਰਕਾਰ ਉਸ ਗੱਲ ਨੂੰ ਅਪਰੂਵ ਕਰਦੀ ਹੈ। ਕੁੱਲ ਮਿਲਾ ਕੇ ਜਿਹੜਾ ਹੈਗਾ ਜੀ ਇਹ ਸਾਰੇ ਜਿਹੜਾ ਤੁਹਾਨੂੰ ਮੈਂ ਦੱਸ ਚੁੱਕਿਆ 1100 ਫਾਰਮ ਤੇ ਜਿਹੜੇ ਸਾਰੇ ਪਸ਼ੂ ਵਗੈਰਾ ਉਹ 'ਚ ਹੈਗੇ ਆ, ਉਹਦੀ ਅਸੈਸਮੈਂਟ ਕੀਤੀ ਗਈ ਇਕੱਲੀ ਚੀਜ਼ ਦੀ। ਅਸੈਸਮੈਂਟ ਕਰਨ ਤੋਂ ਬਾਅਦ ਜਿਹੜੇ ਸਾਡੇ ਮਾਹਰ ਸੀ ਉਹਨਾਂ ਨੇ ਜਿਹੜਾ ਅੰਦਾਜ਼ਾ ਲਾਇਆ ਵੀ ਨੁਕਸਾਨ ਕਿੰਨਾ ਹੋਇਆ। ਉਸ ਨੁਕਸਾਨ ਦੇ ਬੇਸ ਦੇ ਉੱਤੇ ਅਸੀਂ $228 ਬਿਲੀਅਨ ਜੀ 228 ਮਿਲੀਅਨ ਡਾਲਰ 228 ਮਿਲੀਅਨ ਡਾਲਰ ਦਾ ਜਿਹੜਾ ਪੈਕੇਜ ਜਿਹੜਾ ਇਹ ਦਿੱਤਾ ਹੈ। ਔਰ ਇਹ ਪੈਕੇਜ ਸਾਰੇ ਕੁਝ ਵਾਸਤੇ ਨਹੀਂ ਹੈ। ਇਹ ਪੈਕੇਜ ਦੇ ਵਿੱਚ ਸਿਰਫ ਐਂਡ ਸਿਰਫ ਇੱਕੋ ਹੀ ਚੀਜ਼ ਸ਼ਾਮਲ ਹੈਗੀ ਹੈ। ਇਹਦੇ ਸ਼ਾਮਲ ਹੈਗੀ ਜਿਹੜਾ ਜਿਹਨੂੰ ਅਸੀਂ ਕਹਿੰਦੇ ਫਾਰਮ ਦੇ ਨਾਲ ਸੰਬੰਧਿਤ ਜਿਹੜਾ ਆਪਰੇਸ਼ਨ ਸੀਗਾ ਜੀ, ਉਹ ਇਹਦੇ ਵਿੱਚ ਸ਼ਾਮਲ ਹੈ। ਮਿਸਾਲ ਦੇ ਤੌਰ ਦੇ ਉੱਤੇ ਜੇ ਕੋਈ ਬਲੂਬੇਰੀ ਫਾਰਮਰ ਹੈਗਾ, ਉਹਨੇ ਹੁਣ ਉਹਦੇ ਬੂਟੇ ਮਰ ਗਏ, ਉਹਨੇ ਹੁਣ ਬੂਟੇ ਦੁਬਾਰਾ ਲਾਉਣੇ ਆ ਜੀ, ਉਹ ਲਾ ਕੇ ਜਦੋਂ ਤੱਕ ਉਹਨਾਂ ਨੂੰ ਫਲ ਨਹੀਂ ਪੈਂਦਾ, ਜਿਹੜਾ ਉਹ ਸਾਰਾ ਆਪਰੇਸ਼ਨ ਜਿਹੜਾ ਹੈਗਾ ਉਹਦੇ ਵਾਸਤੇ ਇਹ ਹੈਗਾ। ਜਾਂ ਕਿਸੇ ਨੇ ਗਊਆਂ ਰੱਖੀਆਂ ਹੋਈਆਂ, ਉਹਦੇ ਬਾਰਨ ਵੀ ਬਣੇ ਹੋਏ ਆ, ਉਹਨਾਂ ਦੇ ਫੈਂਸ ਵੀ ਲੱਗੀ ਹੋਈ ਆ ਵਗੈਰਾ ਵਗੈਰਾ, ਉਹ ਸਾਰਾ ਕੁਝ। ਸੋ ਇਹ ਜਿਹੜਾ ਪੈਕੇਜ ਹੈਗਾ ਸਿਰਫ ਜਿਹੜੇ ਫਾਰਮ ਦੇ ਆਪਰੇਸ਼ਨ ਦੇ ਨਾਲ ਸੰਬੰਧਿਤ ਹੈਗਾ ਜੀ। ਇਹ ਫਾਰਮਰਸ ਦੀ ਇਨਕਮ ਦੇ ਨਾਲ ਸੰਬੰਧਿਤ ਜਿਹੜੀ ਇਨਕਮ ਲਾਸ ਹੈ ਜੀ, ਕਿਉਂਕਿ ਹੁਣ ਜੇ ਕਿਸੇ ਦੇ ਬੂਟੇ ਮਰ ਗਏ ਸਾਰੇ ਹੀ ਤਾਂ ਉਹਦੀ 3 ਸਾਲ ਕੋਈ ਇਨਕਮ ਨਹੀਂ ਹੋਣੀ। ਕਈ ਥਾਵਾਂ ਦੇ ਉੱਤੇ ਫਾਰਮਰ ਦੀ 1 ਸਾਲ 'ਚ ਫਸਲ ਆ ਜਾਂਦੀ, 1 ਸਾਲ ਇਨਕਮ ਨਹੀਂ ਹੋਣੀ। ਉਹ ਜਿਹੜੀ ਇਨਕਮ ਲਾਸ ਆ ਉਹ ਇਸ ਪ੍ਰੋਗਰਾਮ ਥੱਲੇ ਨਹੀਂ, ਉਹਦੇ ਵਾਸਤੇ ਵੱਖਰਾ ਪ੍ਰੋਗਰਾਮ। ਮੈਂ ਬਰਾੜ ਸਾਹਿਬ ਇਹ ਤੁਸੀਂ ਮਹੱਤਵਪੂਰਨ ਗੱਲ ਕਹੀ ਹੈ ਕਿ ਇਨਕਮ ਲਾਸ ਵਾਲਾ ਪ੍ਰੋਸੈਸ ਇਹਦੇ ਵਿੱਚ ਸ਼ਾਮਿਲ ਨਹੀਂ ਜੀ। ਉਹ ਪੈਕੇਜ ਵੱਖਰਾ ਆਊਗਾ ਕਿ ਫੁੱਲ ਸਟਾਪ ਹੈ? ਇਹਦੇ 'ਚ ਸਿਰਫ ਜਿਹੜਾ ਹੈਗਾ ਜਿਹੜਾ ਉਹੀ ਚੀਜ਼ਾਂ ਸ਼ਾਮਲ ਨੇ ਗਈਆਂ ਜਿਹੜੀਆਂ ਫਾਰਮ ਦੇ ਆਪਰੇਸ਼ਨ ਨਾਲ ਸੰਬੰਧਿਤ ਨੇ। ਅਜੇ ਰਸਤਾ ਖੁੱਲ੍ਹਾ ਹੈ ਉਹ ਤੋਂ ਤਾਂ ਕਿ ਜੀ ਫਾਰਮਰ ਨੂੰ ਜਿਹੜੀ ਵੀ ਫਸਲ ਉਹ ਉਗਾਉਂਦਾ ਸੀਗਾ ਉਹ ਦੁਬਾਰਾ ਪ੍ਰੋਡਕਸ਼ਨ ਤੇ ਲਿਆਂਦਾ ਜਾ ਸਕੇ। ਇਹਦਾ ਸਫ਼ਰ ਸਿਰਫ ਇੰਨਾ ਹੀ ਹੈ। ਇਸ ਤੋਂ ਇਲਾਵਾ 2 ਚੀਜ਼ਾਂ ਹੋਰ ਨੇ ਜੀ। ਇੱਕ ਤਾਂ ਹੈਗਾ ਇਹ ਬਹੁਤ ਸਾਰੇ ਫਾਰਮਰ ਦੇ ਘਰ ਵੀ ਨੁਕਸਾਨੇ ਗਏ। ਉਹ ਕਈ ਵਾਰੀ ਫਸਲ ਨਾਲੋਂ ਵੱਡਾ ਨੁਕਸਾਨ ਹੈ। ਘਰ ਨੁਕਸਾਨੇ ਗਏ, ਘਰ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਇਨਕਮ ਜਿਹੜੀ ਹੈਗੀ, ਤੁਹਾਨੂੰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਇਨਕਮ ਲਾਸ ਹੋਣਾ ਹੈ। ਜਿੱਥੋਂ ਤੱਕ ਘਰਾਂ ਦੀ ਗੱਲ ਹੈਗੀ ਹੈ, ਘਰਾਂ ਦੇ ਵਿੱਚ ਜਿਹੜਾ ਹੈਗਾ ਪਹਿਲੀ ਗੱਲ ਤਾਂ ਇੱਕ ਪ੍ਰੋਗਰਾਮ ਹੁਣ ਚੱਲ ਰਿਹਾ ਜਿਹੜਾ ਪਹਿਲੇ ਦਿਨ ਤੋਂ ਹੀ ਚੱਲ ਰਿਹਾ ਜੀ। ਉਹ ਐਮਰਜੈਂਸੀ BC ਥੱਲੇ ਉਹ ਪ੍ਰੋਗਰਾਮ ਆਟੋਮੈਟਿਕ ਹੁੰਦਾ। ਜਿੱਥੇ ਵੀ ਕੋਈ ਕੁਦਰਤੀ ਆਫਤ ਹੁੰਦੀ ਹੈ ਉਹ ਪ੍ਰੋਗਰਾਮ ਔਨ ਹੋ ਜਾਂਦਾ। ਠੀਕ ਹੈ ਜੀ। ਤੇ ਉਹਦੇ 'ਚ ਬੰਦੇ ਲੋਕ ਅਪਲਾਈ ਕਰ ਸਕਦੇ ਆ, ਪਰ ਉਹਦੇ 'ਚ $300 ਤੱਕ ਦੀ ਜਿਹੜੀ ਤੁਹਾਡਾ ਘਾਟਾ ਪਿਆ, ਤੁਸੀਂ ਰਿਪੇਅਰ ਕੀਤੀ ਹੈ ਜੀ, 3 ਲੱਖ ਡਾਲਰ ਤੱਕ ਦੀ ਜਿਹੜੀ ਰਿਪੇਅਰ ਤੁਹਾਡੀ ਹੋਈ ਹੈ ਉਹ ਤੁਸੀਂ ਆਪਣੇ ਡਾਕੂਮੈਂਟ ਦਿਖਾ ਕੇ ਲੈ ਸਕਦੇ ਹੋ। 3 ਲੱਖ ਡਾਲਰ 3 ਲੱਖ ਤੱਕ। ਠੀਕ ਹੈ ਜੀ। ਪਰ ਹੁਣ ਕਈ ਥਾਵਾਂ ਦੇ ਉੱਤੇ ਨੁਕਸਾਨ ਉਦੋਂ ਵੱਡਾ ਹੋਇਆ। ਜਿਹੜਾ ਉਦੋਂ ਵੱਡਾ ਨੁਕਸਾਨ ਹੋਇਆ ਉਹ ਹੁਣ ਅਸੀਂ ਜਿਹੜਾ ਸੂਬਾ ਸਰਕਾਰ ਤੇ ਸਾਡੀ ਫੈਡਰਲ ਸਰਕਾਰ ਜਿਹੜੀ ਹੈਗੀ ਹੈ ਜੀ, ਉਹ ਇੱਕ ਦੂਜੇ ਨਾਲ ਮਿਲ ਕੇ ਉਹਦੇ ਬਾਰੇ ਗੱਲਬਾਤ ਕਰ ਰਹੇ ਆ। ਉਹਦੇ ਬਾਰੇ ਮੈਂ ਸਮਝਦਾ ਜਿਹੜੀ ਅਨਾਉਂਸਮੈਂਟ ਵੱਖਰੀ ਹੋਣੀ ਹੈ। ਠੀਕ ਹੈ ਜੀ। ਤੇ ਉਹ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਅਨਾਉਂਸਮੈਂਟ ਹੋਣੀ ਹੈ। ਸੋ ਜਿਹੜਾ ਰੈਜ਼ੀਡੈਂਸ਼ੀਅਲ ਪੀਸ ਹੈ ਉਹਦਾ ਇਹਦੇ ਵਿੱਚ ਕੁਝ ਨਹੀਂ, ਉਹਦੀ ਅਨਾਉਂਸਮੈਂਟ ਵੱਖਰੀ ਹੋਣੀ, ਉਹਦੀ ਵੱਖਰੀ ਹੋਣੀ ਹੈ। ਇੰਤਜ਼ਾਰ ਕਰੀਏ। ਦੂਜੀ ਆ ਗਈ ਇਨਕਮ ਲਾਸ। ਇਨਕਮ ਲਾਸ ਵਾਸਤੇ ਜਿਹੜਾ ਆਲਰੇਡੀ ਇੱਕ ਪ੍ਰੋਗਰਾਮ ਚੱਲ ਰਿਹਾ। ਠੀਕ ਹੈ ਜੀ। ਜਿਹੜੇ ਇਹ ਵੈਸੇ ਬਹੁਤ ਸਾਰੇ ਜਿਹੜੇ ਕੁਦਰਤੀ ਆਫਤਾਂ ਵਾਸਤੇ ਫੈਡਰਲ ਸਰਕਾਰ ਦੇ ਪ੍ਰੋਵਿੰਸ਼ਲ ਸਰਕਾਰ ਦੇ ਪ੍ਰੋਗਰਾਮ ਹੈਗੇ ਆ। ਠੀਕ ਹੈ। ਲੇਕਿਨ ਹੁੰਦਾ ਇਹ ਵੀ ਜਦੋਂ ਉਹ ਕੋਈ ਹੋ ਜਾਂਦੀ ਘਟਨਾ ਉਹਨਾਂ ਨੂੰ ਫਿਰ ਔਨ ਕਰ ਦਿੱਤਾ ਜਾਂਦਾ ਜੀ। ਹਾਂਜੀ, ਉਹ ਪ੍ਰੋਗਰਾਮ ਹੁੰਦੇ ਆ। ਉਹ ਹੈਗਾ ਜਿਹੜਾ ਐਗਰੀ ਸਟੇਬਿਲਿਟੀ ਪ੍ਰੋਗਰਾਮ ਉਹ ਹੈਗਾ। ਉਹਦੀ ਵੈਸੇ ਡੈਡਲਾਈਨ ਸੀ, ਡੈਡਲਾਈਨ ਐਕਸਟੈਂਡ 1 ਸਾਲ ਵਾਸਤੇ ਕਰ ਦਿੱਤੀ ਗਈ। ਠੀਕ ਹੈ। ਤਾਂ ਕਿ ਫਾਰਮਰ ਆਪਣੀ ਜਿਹੜੀ ਹੈਗੀ ਜੋ ਵੀ ਇਨਕਮ ਲਾਸ ਜਿਹੜੀ ਹੈਗੀ ਆ ਉਹ ਆਪਣੇ ਜਿਹੜੇ ਹਿਸਾਬ ਦੇ ਨਾਲ ਉਹ ਬੇਸ ਵੈਸੇ ਇਸ ਗੱਲ ਤੇ ਹੋਊਗੀ ਕਿ ਤੁਹਾਡੀ ਪਿਛਲੇ ਸਾਲ ਇਨਕਮ ਕਿੰਨੀ ਸੀ, ਉਹਦੀ ਆਫ ਕੋਰਸ ਤੁਹਾਡੇ ਕੋਲ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ। ਉਹਦੇ ਮੁਤਾਬਕ ਤੁਹਾਡੀ ਉਹ ਕਵਰੇਜ ਜਿਹੜੀ ਉਹ ਹੋ ਸਕਦੀ ਹੈ। ਠੀਕ ਹੈ ਜੀ। ਸੋ ਉਹਦੇ ਵਿੱਚ ਅਪਲਾਈ ਕਰਨਾ ਪਊਗਾ ਉਹਨਾਂ ਨੂੰ। ਸੋ ਹਾਊਸਿੰਗ ਵਾਸਤੇ ਹਲੇ ਪ੍ਰੋਗਰਾਮ ਦੀ ਅਨਾਉਂਸਮੈਂਟ ਹੋਣੀ ਹੈ ਜਿਹੜਾ 3 ਲੱਖ ਤੋਂ ਉੱਪਰ ਦਾ ਖਰਚਾ ਹੈ। ਠੀਕ ਹੈ। ਜਿੱਥੋਂ ਤੱਕ ਇਨਕਮ ਲਾਸ ਦੀ ਗੱਲ ਆ, ਉਹ ਜਿਹੜਾ ਐਗਰੀ ਸਟੇਬਿਲਿਟੀ ਪ੍ਰੋਗਰਾਮ ਹੈਗਾ ਉਹਦੇ ਵਿੱਚ ਉਹਨਾਂ ਨੂੰ ਜੇ ਕਿਸੇ ਨੇ ਨਹੀਂ ਅਪਲਾਈ ਕੀਤਾ ਅਪਲਾਈ ਕਰਨਾ ਚਾਹੀਦਾ। ਇਨਕਮ ਲਾਸ ਉੱਥੋਂ ਕਵਰ ਹੋਣਾ, ਇਸ ਪ੍ਰੋਗਰਾਮ ਦੇ ਵਿੱਚੋਂ ਨਹੀਂ ਹੋਣਾ। ਠੀਕ ਹੈ ਜੀ। ਬਰਾੜ ਸਾਹਿਬ ਇੱਥੇ ਤੱਕ ਗੱਲ ਹੁਣ ਸਮਝ ਆ ਗਈ। ਹੁਣ 2 ਚੀਜ਼ਾਂ ਦੱਸਿਓ ਕਿ ਜਿੱਦਾਂ ਜਦੋਂ ਦਾ ਇਹ ਮਸਲਾ ਖੜਾ ਹੋਇਆ ਸੀ ਪ੍ਰੋਸੈਸ ਦੇ ਵਿੱਚ ਸੀ, ਤੁਸੀਂ ਕਿਹਾ ਕਿ ਨੈਗੋਸ਼ੀਏਟ ਕੀਤਾ ਗਿਆ, ਸਾਰਾ ਹਿਸਾਬ ਲਾਇਆ ਗਿਆ। ਕੀ ਇਨਕਮ ਲਾਸ ਵਾਲਾ ਮਸਲਾ ਤੇ ਜਿਹੜਾ ਹਾਊਸਿੰਗ ਵਾਲਾ ਮਸਲਾ ਉਹ ਵੀ ਪ੍ਰੋਸੈਸ ਦੇ ਵਿੱਚ ਹੈ? ਉਹ ਸਾਰਾ ਕੁਝ ਚੱਲ ਰਿਹਾ ਹੋਊਗਾ ਬੈਕ ਐਂਡ ਦੇ ਉੱਤੇ? ਬਿਲਕੁਲ। ਠੀਕ ਹੈ ਜੀ। ਜਿਹੜਾ ਇਨਕਮ ਲਾਸ ਆਪਾਂ ਗੱਲ ਕਰਦੇ ਹਾਂ ਉਹਦਾ ਪ੍ਰੋਗਰਾਮ ਤਾਂ ਪਹਿਲੇ ਦਿਨ ਤੋਂ ਚੱਲ ਰਿਹਾ। ਠੀਕ ਹੈ ਜੀ। ਉਹਦੇ 'ਚ ਮੈਂ ਹੁਣ ਵੀ ਸਾਰੇ ਫਾਰਮਰ ਨੂੰ ਬੇਨਤੀ ਕਰਦਾ ਵੀ ਕਈ ਵਾਰੀ ਕਨਫਿਊਜ਼ਨ, ਜਿਵੇਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਹੈ ਵੀ ਮਿਸਕਮਿਊਨੀਕੇਸ਼ਨ ਹੋ ਜਾਂਦਾ ਜੀ,
ਉਹਦੇ ਵਾਸਤੇ ਉਹ ਐਪਲੀਕੇਸ਼ਨ ਦੇਣ ਜੇ ਨਹੀਂ ਦਿੱਤੀ ਤਾਂ ਠੀਕ ਹੈ ਨਾ, ਉਹ ਪ੍ਰੋਗਰਾਮ ਪਹਿਲੇ ਦਿਨ ਤੋਂ ਆਉਣਾ। ਠੀਕ ਹੈ ਜੀ। ਜਿਹੜਾ ਘਰਾਂ ਦੀ ਗੱਲ ਹੈਗੀ ਆ, ਜਿਹੜਾ ਉਹ ਵੀ ਐਮਰਜੈਂਸੀ BC ਥੱਲੇ 3 ਲੱਖ ਤੱਕ ਦੀ ਕਵਰੇਜ ਵਾਸਤੇ, ਜੇ ਨੁਕਸਾਨ ਕਿਸੇ ਦਾ 3 ਲੱਖ ਤੋਂ ਘੱਟ ਹੋਇਆ ਉਹ ਵੀ ਪਹਿਲੇ ਦਿਨ ਤੋਂ ਆਉਣਾ। ਜੇ 3 ਤੋਂ ਉੱਪਰ ਦਾ ਨੁਕਸਾਨ ਕਿਸੇ ਦਾ ਹੋਇਆ, ਉਹਦੇ ਵਾਸਤੇ ਜਿਹੜੀ ਸੂਬਾ ਸਰਕਾਰ ਤੇ ਫੈਡਰਲ ਸਰਕਾਰ ਇਸ ਵੇਲੇ ਗੱਲਬਾਤ ਕਰ ਰਹੀ ਹੈ, ਉਹਦੀ ਅਨਾਉਂਸਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ। ਠੀਕ ਹੈ ਜੀ। ਬਰਾੜ ਸਾਹਿਬ, ਮੈਂ ਇੱਕ ਵਾਰੀ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜ਼ਰੂਰ ਸਾਂਝ ਪਾ ਲਾਂ ਕਿ ਜਗਰੂਪ ਬਰਾੜ MLA ਸਾਹਿਬ ਸਾਡੇ ਨਾਲ ਨੇ। ਪਿਛਲੇ ਦਿਨਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੜ੍ਹਾਂ ਨੇ ਬਹੁਤ ਸਾਰੀ ਤਬਾਹੀ ਮਚਾਈ ਸੀ, ਬਹੁਤ ਸਾਰਾ ਨੁਕਸਾਨ ਪੰਜਾਬੀ ਜਿਹੜੇ ਕਿਸਾਨ ਨੇ ਉਹਨਾਂ ਦਾ ਵੀ ਹੋਇਆ, ਬਾਕੀ ਕਿਸਾਨਾਂ ਦੇ ਨਾਲ। ਸੋ ਮੰਗ ਸੀ ਲਗਾਤਾਰ ਕਿ ਸਾਡੀਆਂ ਮਸ਼ੀਨਾਂ ਵੀ ਖਰਾਬ ਹੋ ਗਈਆਂ, ਘਰ ਵੀ ਖਰਾਬ ਹੋ ਗਏ, ਸਾਡੇ ਫਾਰਮ ਵੀ ਖਰਾਬ ਹੋ ਗਏ, ਬਹੁਤ ਸਾਰੀਆਂ ਚੀਜ਼ਾਂ ਹੋ ਸੀ, ਪਸ਼ੂਆਂ ਦਾ ਨੁਕਸਾਨ ਹੋਇਆ, ਜਾਣੀ ਕੋਈ ਉਹਦੀ ਸੀਮਾ ਨਹੀਂ ਸੀ। ਹੁਣ ਸਰਕਾਰ ਨੇ ਪ੍ਰੋਗਰਾਮ ਅਨਾਉਂਸ ਕੀਤਾ ਹੈ, ਉਹਦੀ ਡੀਟੇਲਡ ਆਪਾਂ ਜਾਣਕਾਰੀ ਇਸ ਵੇਲੇ ਬਰਾੜ ਸਾਹਿਬ ਤੋਂ ਲੈ ਰਹੇ ਹਾਂ। ਬਰਾੜ ਸਾਹਿਬ, ਜਿੰਨਾ ਕਿ ਮੈਂ ਉਹਨੂੰ ਪੜ੍ਹ ਰਿਹਾ ਸੀ, ਦੇਖ ਰਿਹਾ ਸੀ, ਉਹਦੇ ਵਿੱਚ 2 ਤਰ੍ਹਾਂ ਦੇ ਰੇਟ ਨੇ। ਇੱਕ ਤਾਂ ਉਹ ਜ਼ਰੂਰ ਕਲੀਅਰ ਕਰ ਦਿਓ ਕਿ 2 ਤਰ੍ਹਾਂ ਦੇ ਰੇਟ ਕਾਹਦੇ ਨੇ, ਕਿਉਂ ਨੇ, ਤੇ ਦੂਸਰੀ ਗੱਲ ਕਿਹੜਾ ਹੋਰ ਖਰਚਾ, ਕਿਉਂਕਿ ਕਈ ਵਾਰੀ ਨਾ ਛੋਟੀਆਂ ਚੀਜ਼ਾਂ ਹੁੰਦੀਆਂ ਕਿਸਾਨ ਦੇ ਲਈ, ਕਿ ਇੱਕ ਵਾਰੀ ਫੇਰ ਸਮਝਾ ਦਿਓ ਕਿ ਕਿਹੜੀ ਚੀਜ਼ ਇਹਦੇ ਵਿੱਚ ਕਵਰ ਹੋ ਜੂਗੀ, ਕਿਉਂਕਿ ਟਰੈਕਟਰ ਨੇ, ਹੋਰ ਮਸ਼ੀਨਰੀ ਹੁੰਦੀ ਹੈ, ਪਸ਼ੂਆਂ ਦਾ ਨੁਕਸਾਨ ਹੋ ਗਿਆ, ਜਿਉਂਦੀਆਂ ਜਾਗਦੀਆਂ ਜਾਨਾਂ ਜਿਨ੍ਹਾਂ ਦੇ ਸਿਰ ਦੇ ਉੱਤੇ ਆਮਦਨ ਸੀ, ਉਹ ਸਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਿਓ ਜੀ। ਸੋ ਪਹਿਲੀ ਗੱਲ ਤਾਂ ਹੈਗੀ ਜੀ, ਇਹਦੇ 2 ਜਿਹੜੇ ਰੇਟ ਹੈਗੇ, ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਪ੍ਰੋਗਰਾਮ ਡਿਜ਼ਾਈਨ ਕੀਤਾ ਗਿਆ, ਇਹ ਵੀ ਇਸ ਕਰਕੇ ਜੀ ਜਿਹੜਾ ਇਹ ਜਿਹੜੇ ਰੇਟ ਨੇਗੇ ਉਹ ਨਵੇਂ ਨਹੀਂ ਲਿਖੇ ਗਏ। ਉਹ ਜਿਹੜਾ ਫੈਡਰਲ ਸਰਕਾਰ ਦਾ ਜਿਹੜਾ ਪ੍ਰੋਗਰਾਮ, ਉਹਦੇ ਵਿੱਚ ਆਲਰੇਡੀ ਇਹ ਰੇਟ ਜਿਹੜਾ ਪਰਸੈਂਟੇਜ ਹੈਗੀ ਹੈ। ਠੀਕ ਹੈ ਜੀ। ਸੋ ਇਸ ਕਰਕੇ ਵੀ ਜਲਦੀ ਤੋਂ ਜਲਦੀ ਲੋਕਾਂ ਤੱਕ ਪੈਸੇ ਪਹੁੰਚਣ, ਇਸ ਕਰਕੇ ਉਸੇ ਪ੍ਰੋਗਰਾਮ ਨੂੰ ਉਵੇਂ ਹੀ ਰੱਖ ਲਿਆ ਗਿਆ। ਜੇ ਤਬਦੀਲੀ ਕਰਨੀ ਪਏ ਫਿਰ ਸਮਾਂ ਹੋਰ ਲੱਗਦਾ। ਠੀਕ ਹੈ। ਸੋ ਇਹਦੇ 'ਚ ਇਹ ਹੈਗਾ ਜੀ, ਜੇ ਕਿਸੇ ਦੀ ਜਿਹੜੀ ਐਨੂਅਲ ਜਿਹੜੀ ਸੇਲ ਹੈ ਜਾਂ ਐਨੂਅਲ ਰੈਵਨਿਊ, ਗ੍ਰੋਸ ਰੈਵਨਿਊ ਅਸੀਂ ਜਿਹਨੂੰ ਕਹਿੰਦੇ ਆ, ਉਹ ਹੈਗਾ ਜੇ $2 ਮਿਲੀਅਨ ਤੋਂ ਘੱਟ ਆ ਜੀ, ਤਾਂ ਉਹਦੀ 90% ਜਿਹੜਾ ਐਕਸਪੈਂਸ ਹੋਣਾ, ਉਹਨੂੰ ਵਾਪਸ ਪ੍ਰੋਡਕਸ਼ਨ ਤੇ ਆਉਣ ਵਾਸਤੇ ਉਹ ਸਰਕਾਰ ਦੇਊਗੀ ਇਸ ਪੈਕੇਜ ਥੱਲੇ। ਠੀਕ ਹੈ ਜੀ। ਸੋ ਜੇ 2 ਮਿਲੀਅਨ ਤੋਂ ਘੱਟ ਹੈ ਤਾਂ ਤੁਹਾਡੀ 90% ਜਿਹੜੇ ਟੋਟਲ ਐਕਸਪੈਂਸਿਸ ਹੋਣੇ ਆ, ਉਹਦੀ ਕਵਰੇਜ ਇਸ ਪੈਕੇਜ ਥੱਲੇ ਦਿੱਤੀ ਜਾਊਗੀ। ਠੀਕ ਹੈ ਜੀ। ਤੁਹਾਨੂੰ ਪ੍ਰੋਡਕਸ਼ਨ ਤੇ ਲਿਆਉਣ ਵਾਸਤੇ। ਜੇ ਤੁਹਾਡੀ ਜਿਹੜੀ ਐਨੂਅਲ ਜਿਹੜੀ ਗ੍ਰੋਸ ਇਨਕਮ 2 ਮਿਲੀਅਨ ਤੋਂ ਉੱਪਰ ਆ, ਤਾਂ ਫਿਰ ਤੁਹਾਨੂੰ 70% ਤੁਹਾਡੀ ਕਵਰੇਜ ਜਿਹੜੀ ਖਰਚੇ ਦੀ ਹੋਣੀ ਹੈ ਉਹ ਦਿੱਤੀ ਜਾਊਗੀ, ਜਿਹੜਾ 2 ਮਿਲੀਅਨ ਤੋਂ ਉੱਪਰ ਹੈ। ਸੋ ਇੱਕ ਰੇਟ 90% ਜਿਹੜਾ ਹੈਗਾ ਉਹ 2 ਮਿਲੀਅਨ ਤੋਂ ਥੱਲੇ ਵਾਲੇ ਲੋਕਾਂ ਵਾਸਤੇ ਹੈ। ਜੇ 2 ਮਿਲੀਅਨ ਤੋਂ ਉੱਪਰ ਜਿਹੜੀ ਹੈਗੀ ਇਨਕਮ ਹੋ ਜਾਂਦੀ ਗ੍ਰੋਸ ਇਨਕਮ, ਤਾਂ ਫਿਰ 70% ਇੱਕ ਤਾਂ ਇਹ ਹੈਗਾ। ਠੀਕ ਹੈ ਜੀ। ਇਹਦੇ 'ਚ ਕਵਰ ਕੀ ਕੁਛ ਹੁੰਦਾ? ਇਹਦੇ 'ਚ ਕਵਰ ਜਿਹੜਾ ਮੋਟੇ ਤੌਰ ਦੇ ਉੱਤੇ, ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਕਿ ਫਾਰਮ ਦੇ ਨਾਲ ਸੰਬੰਧਿਤ ਆਪਰੇਸ਼ਨ ਜੋ ਵੀ ਚੀਜ਼ ਹੁੰਦੀ ਹੈ ਉਹ ਕਵਰ ਹੁੰਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਵੀ ਇਹਦੇ 'ਚ ਜਿਹੜੀ ਕਲੀਨ ਅਪ ਦਾ ਸਿਸਟਮ ਹੈ, ਬੜਾ ਕੁਝ ਕਲੀਨ ਕਰਨਾ ਪੈਂਦਾ, ਬਾਹਰ ਨੂੰ ਪਿਆ ਜਾਂ ਇੱਧਰ, ਉਹ ਸਾਰਾ ਜਿਹੜਾ ਸਫਾਈ ਦਾ ਕੰਮ ਉਹ 'ਚ ਕਵਰਡ ਹੈ। ਉਹਦਾ ਜਿਹੜਾ ਐਕਸਪੈਂਸਿਸ ਹੋਣਾ, ਰਿਪੇਅਰ ਹੋਣਾ, ਬਾਹਰ ਦੀ ਕੰਧ ਡਿੱਗ ਪਈ ਜਾਂ ਕੁਝ ਫੈਂਸ ਡਿੱਗ ਪਈ, ਉਹ ਸਾਰੀ ਰਿਪੇਅਰ ਹੋਣੀ, ਉਹ ਇਹਦੇ ਵਿੱਚ ਕਵਰ ਹੈਗੀ ਹੈ। ਠੀਕ ਹੈ ਜੀ। ਹਾਂਜੀ। ਇਹਦੇ 'ਚ ਕੋਈ ਤੁਹਾਡਾ ਵਾਟਰ ਸਿਸਟਮ ਉੱਥੇ ਲੱਗਿਆ ਹੋਇਆ ਸੀਗਾ ਫਾਰਮਸ ਆਪਣਾ ਪਸ਼ੂਆਂ ਵਾਸਤੇ ਜਾਂ ਕੁਛ ਜਾਂ ਮੁਰਗਿਆਂ ਵਾਸਤੇ, ਉਸ ਜਿਹੜਾ ਉਹਨੂੰ ਰਿਪੇਅਰ ਕਰਨਾ, ਉਹ ਇਹਦੇ 'ਚ ਕਵਰ ਹੈਗਾ। ਠੀਕ ਹੈ। ਇਹਦੇ 'ਚ ਜਿਹੜਾ ਪਸ਼ੂਆਂ ਵਾਸਤੇ ਚਾਰਾ ਹੈਗਾ, ਉਹ ਨਹੀਂ ਮਿਲਦਾ, ਤੁਹਾਨੂੰ ਲਿਆਉਣਾ ਪੈ ਰਿਹਾ ਕਿਤੋਂ ਦੂਰੋਂ, ਜਿਹੜਾ ਉਹ ਇਹਦੇ 'ਚ ਕਵਰ ਹੈਗਾ। ਸੋ ਇਹਦੇ ਵਿੱਚ ਪਲਾਂਟ ਤੁਹਾਡੇ ਮਰ ਗਏ ਜੀ, ਜਿਹੜੇ ਪਲਾਂਟ ਜਿਹੜੇ ਹੈਗੇ ਤੁਸੀਂ ਰੀਪਲਾਂਟ ਕਰਨੇ ਆ, ਉਹ ਪਲਾਂਟ ਇਹਦੇ ਵਿੱਚ ਕਵਰ ਹੈਗੇ ਜੀ। ਸੋ ਮੋਟੇ ਤੌਰ ਦੇ ਉੱਤੇ ਦੀ ਤਫਸੀਲ ਦੇ ਵਿੱਚ ਹੋਰ ਵੀ ਕੁਝ ਹੋਣਾ, ਪਰ ਮੋਟੇ ਤੌਰ ਦੇ ਉੱਤੇ ਕਿ ਫਾਰਮਰ ਨੂੰ ਜਿਹੜਾ ਅੱਜ ਟੋਟਲ ਫਸਲ ਮਰ ਗਈ ਹੈ, ਉਹਨੇ ਉੱਥੋਂ ਸ਼ੁਰੂ ਕਰਕੇ ਜ਼ਮੀਨ ਵਾਹ ਕੇ ਉਹਦੇ 'ਚ ਦੁਬਾਰਾ ਬੂਟੇ ਲਾ ਕੇ, ਜਾਂ ਕਿਸੇ ਦਾ ਜੇ ਆਪਣਾ ਚਿਕਨ ਫਾਰਮ ਸੀ, ਚਿਕਨ ਮਰ ਗਏ ਹੈ, ਉਹਨੇ ਨਵੇਂ ਸਿਰੋਂ ਸ਼ੁਰੂ ਕਰਨਾ ਹੈ, ਉਹਦੀ ਸਫਾਈ ਕਰਕੇ, ਉਹਦੀ ਕੰਟੈਮੀਨੇਸ਼ਨ ਦੂਰ ਕਰਕੇ, ਆਪਣੀ ਫਸਲ ਦੁਬਾਰੇ ਲਾ ਕੇ, ਉਹ ਜਦੋਂ ਤੱਕ ਪ੍ਰੋਡਕਸ਼ਨ ਤੇ ਨਹੀਂ ਆਉਂਦੀ ਉਦੋਂ ਤੱਕ ਦਾ ਖਰਚਾ ਜਿਹੜਾ ਹੈਗਾ, ਜਿਹੜੀ ਵੀ ਚੀਜ਼ ਉਹਦੇ ਨਾਲ ਸੰਬੰਧਿਤ ਹੈ, ਉਹਦੇ 'ਚ ਕਰਨਾ। ਪਰ ਇਹਦੇ 'ਚ ਹਾਊਸਿੰਗ ਤੇ ਇਨਕਮ ਲਾਸ ਨਹੀਂ ਹੈਗਾ। ਅੱਛਾ ਬਰਾੜ ਸਾਹਿਬ, ਤੁਸੀਂ ਬਾਰ-ਬਾਰ ਜ਼ਿਕਰ ਕੀਤਾ ਕਿ ਜਿਹੜੇ ਬੂਟੇ ਮਰ ਗਏ ਆ ਪਲਾਂਟ, ਕਈ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੇ, ਅੱਧੇ ਖਤਮ ਹੋ ਗਏ, ਉਹਨਾਂ ਦੀ ਪ੍ਰੋਡਕਸ਼ਨ ਘਟ ਜਾਣੀ ਹੈ, ਉਹਦਾ ਵੀ ਕੁਝ ਮਸਲਾ ਇਹਦੇ ਵਿੱਚ ਹੋਏਗਾ ਜੇ ਥੋੜਾ ਲਾਸ ਹੋਇਆ ਹੈ ਤਾਂ ਉੱਥੇ, ਕਿ ਟੋਟਲ 100% ਲਾਸ ਚਾਹੀਦਾ? ਜੀ ਨਹੀਂ ਜੀ, ਜਿਹੜਾ ਬੇਰੀ ਦਾ ਮਸਲਾ ਤੁਸੀਂ ਗੱਲ ਕਰਦੇ ਹੋ, ਉਹ ਬੇਰੀ, ਕਿਉਂਕਿ ਇਹਦੇ 'ਚ ਵੱਖਰੀ ਕਈ ਕਿਸਮ ਦੇ ਫਾਰਮ ਜੀ, ਡੇਅਰੀ ਫਾਰਮ ਵੀ ਹੈ, ਚਿਕਨ ਫਾਰਮ ਵੀ ਹੈ, ਬਲੂਬੇਰੀ ਫਾਰਮ ਵੀ ਹੈ, ਵੈਜੀਟੇਬਲ ਫਾਰਮ ਵੀ ਹੈਗੇ ਹੈ ਨਾ। ਜਿਹੜੀ ਬੈਰੀ ਦੀ ਆਪਾਂ ਗੱਲ ਕਰਦੇ ਹਾਂ, ਉਹਦੀ ਆਮ ਤੌਰ 'ਤੇ 3 ਸਾਲ ਲੱਗ ਜਾਂਦੇ ਪ੍ਰੋਡਕਸ਼ਨ ਵਾਸਤੇ। ਪਰ ਹੋਇਆ ਕੀ ਹੈ, ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਦੀ ਕੰਪਲੈਕਸਿਟੀ ਹੈ, ਜਿਹਦੇ ਕਰਕੇ ਇਹਨੂੰ ਪੈਕੇਜ ਤਿਆਰ ਕਰਨ ਵਾਸਤੇ ਸਮਾਂ ਲੱਗਿਆ, ਇੱਕ ਉਹਦਾ ਕਾਰਨ ਇਹ ਵੀ ਹੈ ਜੀ। ਇਹਦੇ 'ਚ ਕੀ ਹੈ, ਜਿਹੜੇ ਸਾਰਿਆਂ ਨੇ ਕਣਕ ਹੀ ਬੀਜੀ ਹੁੰਦੀ ਹੈ, ਸੌਖੀ ਸੀ ਕਿ ਭਾਈ 1 ਕਿੱਲੇ ਦੀ ਇੰਨੀ ਹੁੰਦੀ ਹੈ, ਤੇ ਵਗੈਰਾ 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 ਤੁਸੀਂ ਫੈਸਲਾ ਕਰ ਸਕਦੇ ਹਾਂ ਜੀ। ਹੁਣ ਬੇਰੀ ਦੇ ਮੈਂ ਵੀ ਬਹੁਤ ਸਾਰੇ ਫਾਰਮ ਦੇ ਉੱਤੇ ਗਿਆ, ਮਿਨਿਸਟਰ ਮੇਰੇ ਨਾਲ ਸੀਗੀ, ਫੈਡਰਲ ਆਪਣੇ ਸੂਬੇ ਦੇ ਸਾਡੇ ਮਿਨਿਸਟਰ ਪਾਪਮ, ਜਿਹੜੀ ਫੈਡਰਲ ਮਿਨਿਸਟਰ ਬੀਬੋ ਵੀ ਮੇਰੇ ਨਾਲ ਸੀਗੀ, ਅਸੀਂ ਉੱਥੇ ਜਾ ਕੇ ਫਾਰਮਰ ਦੇ ਵਿਜ਼ਿਟ ਕੀਤੇ ਆ ਜੀ।
ਹੁਣ ਇੱਕ ਫਾਰਮਰ ਨੇ ਸਾਨੂੰ ਦੱਸਿਆ ਵੀ ਮੇਰੇ 3 ਫਸਲਾਂ ਖੜੀਆਂ, ਸਾਨੂੰ ਉੱਥੇ ਲਿਜਾ ਕੇ ਦੱਸਿਆ ਉਹਨੇ ਵੀ ਉਹ ਜਿਹੜੀ ਪਰਾਂ ਫਸਲ ਹੈ ਉਹ 1 ਸਾਲ ਪਹਿਲਾਂ ਲਾਏ ਸੀ, ਬੂਟੇ ਬੜੇ ਛੋਟੇ ਸੀ, 5 ਦਿਨ ਦੱਬੇ ਰਹੇ, ਮਰ ਗਏ ਜੀ। ਆਹ ਜਿਹੜੀ ਫਸਲ ਖੜੀ ਹੈ ਇਹਦੇ ਸਾਰੇ ਪੱਤੇ ਵੀ ਖੜੇ ਆ, ਬਿਲਕੁਲ ਨਰੋਲ ਲੱਗਦੀ ਹੈ, ਤੇ ਇਹ 5 ਸਾਲ ਹੋ ਗਏ ਲੱਗੇ ਨੂੰ, ਇਹਦਾ ਕੁਝ ਨਹੀਂ ਵਿਗੜਨਾ, ਇਹ ਠੀਕ ਆ। ਆਹ ਫਸਲ ਨੂੰ 3 ਸਾਲ ਹੋ ਗਏ ਲੱਗੇ ਨੂੰ, 10 ਏਕੜ ਇਹ ਨੇ। ਇਹਦੇ ਜਿਹੜੇ ਬੂਟੇ ਆ ਇਹਦੇ ਵੀ ਕਾਫੀ ਵੱਡੇ ਆ, ਪਰ ਇਹਦੇ ਬੂਟੇ ਲੱਗਦਾ ਵੀ ਕੁਛ ਮਰ ਜਾਣਗੇ, ਕੁਛ ਸਰਵਾਈਵ ਕਰ ਜਾਣਗੇ, ਪਰ ਇਹ ਜਾ ਕੇ ਅੱਗੇ ਪਤਾ ਲੱਗਣਾ। 3 ਫੇਜ਼ ਹੋ ਗਏ। ਸੋ ਉਹਦੀ ਅਸੈਸਮੈਂਟ ਉਹਦੇ ਮੁਤਾਬਕ ਹੋਣੀ। ਸੋ ਇਹਦੇ 'ਚ ਉਹ ਅਸੈਸਮੈਂਟ ਉਹਦੇ ਹਿਸਾਬ ਨਾਲ ਹੀ ਜਾਣੀ ਹੈ। ਪਰ ਕੁੱਲ ਮਿਲਾ ਕੇ ਗੱਲ ਇਹ ਹੈਗੀ ਆ ਕਿ ਸਾਡੀ ਵਚਨਬੱਧਤਾ ਇਸ ਪੈਕੇਜ ਥੱਲੇ ਇਹ ਹੈਗੀ ਹੈ 228 ਮਿਲੀਅਨ ਥੱਲੇ, ਕਿ ਫਾਰਮਰ ਨੂੰ ਜੋ ਵੀ ਲੋੜ ਹੈ, ਜੇ ਫਰਜ਼ ਕਰੋ ਤੁਹਾਡੇ 5-10 ਏਕੜ ਦੇ ਵਿੱਚ ਅੱਧੇ ਬੂਟੇ ਮਰ ਗਏ ਤਾਂ ਅੱਧੇ ਰਿਪਲੇਸ ਕੀਤੇ ਜਾਣਗੇ, ਉਹਦਾ 90% ਦੇਣਾ। ਜੇ ਤੁਹਾਡੀ 2 ਮਿਲੀਅਨ ਤੋਂ ਘੱਟ ਹੈ, ਜੇ ਤੁਹਾਡੇ 70% ਮਰ ਗਏ ਤਾਂ 70 ਦਾ ਦੇਣਾ, ਜੇ ਸਾਰੇ ਮਰ ਗਏ ਸਾਰੇ ਦਾ ਦੇਣਾ। ਸਾਰੇ ਦੇਣਾ, ਹਾਂ ਉਹ ਠੀਕ ਹੈ ਜੀ। ਬਰਾੜ ਸਾਹਿਬ, ਜਿਹੜੇ ਪਸ਼ੂ ਉਹਨਾਂ ਦਾ ਨੁਕਸਾਨ ਹੋਇਆ, ਜਿਉਂਦੇ ਜਿਹੜੇ ਚੀਜ਼ ਸੀ, ਕਿਸੇ ਦੇ ਡੇਅਰੀ ਫਾਰਮ ਸੀ, ਕਿਸੇ ਨੇ ਉੱਥੇ ਮੁਰਗੇ ਰੱਖੇ ਹੋ ਸੀ, ਹੋਰ ਬਹੁਤ ਸਾਰੀਆਂ ਚੀਜ਼ਾਂ ਸੀ, ਉਹਦਾ ਜਿਹੜਾ ਨੁਕਸਾਨ ਹੋਇਆ ਉਹਦੀ ਪੂਰਤੀ ਦਾ ਪੈਕੇਜ ਵੀ ਹੈ? ਹਾਂਜੀ, ਜਿਹੜੇ ਪਸ਼ੂ ਮਾਰੇ ਗਏ ਜੀ, ਇੱਥੇ ਬੜੀ ਵੱਡੀ ਗਿਣਤੀ ਜਿਹੜੇ ਪਸ਼ੂ ਆ ਉਹ ਮਾਰੇ ਗਏ। ਉਹਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੇ ਥਾਵਾਂ ਦੇ ਉੱਤੇ ਪਸ਼ੂਆਂ ਦੀ ਇੰਸ਼ੋਰੈਂਸ ਹੈਗੀ ਜੀ, ਜਿਹਦੀ ਇੰਸ਼ੋਰੈਂਸ ਹੈਗੀ ਉਹਦੇ ਨਾਲ ਇਹ ਪੈਕੇਜ ਦਾ ਕੋਈ ਸੰਬੰਧ ਹੈ ਨਹੀਂਗਾ। ਠੀਕ ਹੈ ਜੀ। ਇਹ ਜਿਹੜੇ ਅਨਇੰਸ਼ੋਰਡੇਬਲ ਜਿਹੜੇ ਹੈਗੇ ਆ ਐਨੀਮਲਸ ਨੇ, ਜਿੱਥੇ ਇੰਸ਼ੋਰੈਂਸ ਨਹੀਂ ਉਹਨਾਂ ਦੀ ਹੋਈ, ਇਹ ਉਹਨਾਂ ਵਾਸਤੇ, ਉਹਦੇ ਵਾਸਤੇ ਜਿਹੜਾ ਮਾਰਕੀਟ ਰੇਟ ਆ ਜੀ, ਜੇ ਕੋਈ ਮੱਝ ਮਰੀ ਉਹਦਾ ਕੋਈ ਮਾਰਕੀਟ ਰੇਟ ਜਿਹੜਾ ਸੀਗਾ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਹੈਗੀ ਆ ਉਹ ਪੈਸੇ ਜਿਹੜਾ ਕਿਸਾਨਾਂ ਨੂੰ ਦਿੱਤੇ ਜਾਣਗੇ। ਇਸੇ ਤਰੀਕੇ ਨਾਲ ਮੁਰਗੇ ਨੇ ਜੀ, ਹਾਂਜੀ, ਜਾਂ ਹੋਰ ਐਨੀਮਲ ਹੈਗੇ, ਪਿਗਸ ਨੇ ਜਾਂ ਹੋਰ ਐਨੀਮਲਸ ਨੇ, ਠੀਕ ਹੈ ਜੀ, ਉਹ ਉਹਨਾਂ ਦੀ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਜੇ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਨਹੀਂ ਹੋਈ ਤਾਂ ਉਹਨੂੰ ਜਿਹੜਾ ਇਸ ਪੈਕੇਜ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਕੰਪਨਸੇਸ਼ਨ ਹੈਗੀ ਆ। ਠੀਕ ਹੈ ਜੀ। ਬਰਾੜ ਸਾਹਿਬ, ਹੁਣ ਇਹ ਜ਼ਰੂਰ ਦੱਸਣ ਦੀ ਖੇਚਲ ਕਰਿਓ, ਮੇਰੇ 2 ਸਵਾਲ ਹੋਰ ਨੇ, ਪਰ ਉਹਦੇ ਤੋਂ ਪਹਿਲਾਂ ਕਿ ਹੋ ਸਕਦਾ ਬਹੁਤ ਸਾਰੇ ਕਿਸਾਨਾਂ ਤੱਕ ਗੱਲ ਅੱਪੜ ਗਈ ਹੋਵੇ ਕਿ ਇਹ ਜਿਹੜਾ ਨਵਾਂ ਕੰਪਨਸੇਸ਼ਨ ਪੈਕੇਜ ਆਇਆ ਉਹਦੇ ਲਈ ਅਸੀਂ ਅਪਲਾਈ ਕਿੱਥੇ ਕਰਨਾ ਹੈ, ਈਮੇਲ ਕਿੱਥੇ ਕਰਨੀ, ਡਾਕੂਮੈਂਟ ਕਿਹੜੇ ਚਾਹੀਦੇ ਆ, ਡੈਡਲਾਈਨ ਕੀ ਹੈ, ਰਿਕੁਆਇਰਮੈਂਟਸ ਕੀ ਨੇ, ਕੀ ਉਹਨਾਂ ਨੇ ਮੁੜ ਕੇ ਦੇਖਣ ਆਉਣਾ ਜਾਂ ਕੀ ਕੁਛ ਹੋਣਾ, ਉਹ ਜ਼ਰੂਰ ਸਮਝਾਇਓ ਤਾਂ ਜੋ ਕੋਈ ਵੀ ਬੰਦਾ ਰਹਿ ਨਾ ਜਾਏ। ਜਿਹੜਾ ਐਪਲੀਕੇਸ਼ਨ ਪ੍ਰੋਸੈਸ ਹੈ ਜੀ, ਪਹਿਲੀ ਗੱਲ ਤਾਂ ਵੀ ਐਪਲੀਕੇਸ਼ਨ ਜਿਹੜੀਆਂ ਇਸ ਪੈਕੇਜ ਵਾਸਤੇ ਉਹ ਲਈਆਂ ਜਾ ਰਹੀਆਂ ਇਸ ਵੇਲੇ। ਠੀਕ ਹੈ ਜੀ। ਉਹਦੇ ਵਾਸਤੇ ਜਿਹੜੀ ਮੋਟੇ ਤੌਰ ਦੇ ਉੱਤੇ ਪ੍ਰੋਸੈਸ ਇਹ ਹੈਗਾ ਜੀ, ਇੱਕ ਤਾਂ ਜਿਹੜਾ ਐਪਲੀਕੇਸ਼ਨ ਪੈਕੇਜ ਹੈ ਜੀ, ਬਣਿਆ ਹੋਇਆ ਆਲਰੇਡੀ, ਅੰਗਰੇਜ਼ੀ 'ਚ ਵੀ ਬਣਿਆ ਹੋਇਆ, ਪੰਜਾਬੀ 'ਚ ਵੀ ਬਣਿਆ ਹੋਇਆ। ਠੀਕ ਹੈ ਜੀ। ਉਹ ਜਿਹੜੀ ਵੈਬਸਾਈਟ ਹੈਗੀ ਉਹ ਮੈਂ ਦੱਸ ਦਿੰਦਾ ਤੁਹਾਨੂੰ, ਉਹ ਹੈਗੀ ਵੈਬਸਾਈਟ ਜਿਹੜੀ ਤੇ ਪਿਆ ਜੀ, ਉਹ ਹੈਗੀ ਹੈ www.gov.ca/agri-flood-recovery। ਠੀਕ ਹੈ ਜੀ। ਇੱਥੇ ਜਾ ਕੇ ਉਹ ਪੈਕੇਜ ਜਿਹੜਾ ਤੁਸੀਂ ਜਾ ਕੇ ਉਹਨੂੰ ਡਾਊਨਲੋਡ ਕਰ ਸਕਦੇ ਆ, ਉਹਨੂੰ ਭਰਨਾ ਸ਼ੁਰੂ ਕਰ ਸਕਦੇ ਆ। ਪਰ ਜਿਹੜੀ ਐਪਲੀਕੇਸ਼ਨ ਭਰਨੀ ਹੈ ਉਹਦੇ ਵਾਸਤੇ ਫਾਰਮਰ ਜਿਹੜਾ ਅਸੀਂ ਚਾਹੁੰਦੇ ਹਾਂ, ਇਨਕਰੇਜ ਕਰਦੇ ਉਹਨਾਂ ਨੂੰ ਵੀ ਐਗਰੀਕਲਚਰ ਸਾਡੀ ਮਿਨਿਸਟਰੀ ਨੂੰ ਸੰਪਰਕ ਕਰਨ। ਠੀਕ ਹੈ ਜੀ। ਉਹਦੇ ਵਾਸਤੇ ਈਮੇਲ ਵੀ ਕਰ ਸਕਦੇ ਆ, ਫੋਨ ਨੰਬਰ ਵੀ ਹੈਗਾ ਫਾਰਮ ਭਰਨ ਤੋਂ ਪਹਿਲਾਂ ਜੀ। ਈਮੇਲ ਹੈਗੀ ਹੈ ਜੀ ਜਿਹੜੀ ਉੱਥੇ ਕਰਨੀ ਹੈ, ਉੱਥੇ ਕਰ ਸਕਦੇ ਆ, ਉਹ ਹੈਗੀ agrirecovery@gov.bc.ca। ਇਹ ਹੈਗੀ ਈਮੇਲ, ਇੱਥੇ ਈਮੇਲ ਕਰ ਸਕਦੇ, ਮੈਂ ਫਲਾਨਾ ਬੰਦਾ, ਮੇਰਾ ਹਾਊਸ ਨੰਬਰ ਹੈ ਜਾਂ ਫਾਰਮ ਨੰਬਰ ਹੈ ਤੇ ਮੈਂ ਐਪਲੀਕੇਸ਼ਨ ਭਰਨੀ ਚਾਹੁੰਦਾ, ਮੈਨੂੰ ਸਪੋਰਟ ਚਾਹੀਦੀ ਜੀ, ਮੈਂ ਪੰਜਾਬੀ ਬੋਲ ਸਕਦਾ। ਜਾਂ ਫੋਨ ਨੰਬਰ ਹੈਗਾ ਜੀ, ਫੋਨ ਨੰਬਰ ਹੈਗਾ ਜੀ 1-888-332-3352 ਜੀ, 1-888 ਜੀ 332-3552। ਠੀਕ ਹੈ ਜੀ। ਇਹ ਹੈਗਾ, ਇੱਥੇ ਫੋਨ ਕਰਕੇ ਵੀ ਉਹ ਕਹਿ ਸਕਦੇ ਮੈਂ ਐਪਲੀਕੇਸ਼ਨ ਭਰਨੀ ਹੈ, ਮੈਨੂੰ ਮਦਦ ਚਾਹੀਦੀ ਹੈ, ਮੈਨੂੰ ਪੰਜਾਬੀ 'ਚ ਬੰਦਾ ਚਾਹੀਦਾ, ਮੈਨੂੰ ਅੰਗਰੇਜ਼ੀ 'ਚ ਬੰਦਾ ਚਾਹੀਦਾ, ਜੋ ਵੀ ਉਹ ਕਹਿਣਗੇ ਜੀ। ਜਦੋਂ ਉਹਨਾਂ ਨੇ ਐਪਲੀਕੇਸ਼ਨ ਭਰਨੀ ਸ਼ੁਰੂ ਕਰਨੀ ਹੈ ਜੀ, ਇਹ ਪ੍ਰੋਸੈਸ ਰਾਹੀਂ ਜੇ ਉੱਥੇ ਪਹੁੰਚਦੇ ਆ ਤਾਂ ਉਹਨਾਂ ਦੇ ਨਾਲ ਇੱਕ ਸਰਕਾਰ ਨੇ ਐਡਜਸਟਰ ਲਾ ਦੇਣਾ। ਠੀਕ ਹੈ ਜੀ। ਜੇ ਪੰਜਾਬੀ ਵਾਲਾ ਪੰਜਾਬੀ ਲਾ ਦੇਣਾ, ਜੇ ਅੰਗਰੇਜ਼ੀ ਵਾਲਾ ਅੰਗਰੇਜ਼ੀ ਲਾ ਦੇਣਾ। ਉਸ ਐਡਜਸਟਰ ਨੇ ਉਹਦੀ ਐਪਲੀਕੇਸ਼ਨ ਪੂਰੀ ਕਰਾਉਣੀ। ਠੀਕ ਹੈ ਜੀ। ਤਾਂ ਕਿ ਉਹ ਸਾਰੇ ਜਿਹੜੇ ਕੋਈ ਕਾਲਮ ਰਹਿ ਨਾ ਜਾਵੇ, ਗਲਤ ਇਨਫੋਰਮੇਸ਼ਨ ਨਾ ਜਾਏ, ਮੀਟ ਕਰਦੇ ਜੀ। ਉਹਦੇ ਵਾਸਤੇ ਹੋ ਸਕਦਾ ਵੀ ਉਹਨੂੰ ਉੱਥੇ ਜਾ ਕੇ ਵਿਜ਼ਿਟ ਵੀ ਕਰਨੀ ਪਵੇ। ਠੀਕ ਹੈ। ਵਿਜ਼ਿਟ ਕਰਨੀ ਪਵੇ, ਵਿਜ਼ਿਟ ਵੀ ਕਰੂਗਾ। ਠੀਕ ਹੈ। ਜਿਹੜਾ ਨਾਲ ਐਡਜਸਟਰ ਜਿਹੜਾ ਹੈ। ਠੀਕ ਹੈ ਜੀ। ਪਰ ਜਦੋਂ ਉਹਨੇ ਸਾਰਾ ਕੁਝ ਮੁਕੰਮਲ ਕਰਕੇ ਜਿਹੜੀ ਉਹਦੀ ਐਪਲੀਕੇਸ਼ਨ ਪੂਰੀ ਕਰ ਲਈ ਔਰ ਫਾਰਮਰ ਨੇ ਜਿਹੜੇ ਬਣਦੇ ਡਾਕੂਮੈਂਟ ਪ੍ਰੋਵਾਈਡ ਕਰਤੇ, ਜਿਹੜੇ ਖਰਚੇ ਦੇ ਡਾਕੂਮੈਂਟ ਆ, ਤੁਸੀਂ ਬਾਹਰ ਤੁਹਾਡਾ ਤਾਂ ਡਿੱਗੀ ਪਿਆ ਸੀ ਦੁਬਾਰਾ ਬਣਵਾਇਆ, ਉਹਦੇ ਜਿਹੜੀਆਂ ਰਸੀਦਾਂ ਕਿੱਥੇ ਨੇ, ਜਾਂ ਤੁਸੀਂ ਉਹਦੇ ਕੋਈ ਹੋਰ ਡਾਕੂਮੈਂਟ ਨੇ ਉਹ ਕੀਤੇ ਹਨ, ਉਹ ਸਾਰੇ ਡਾਕੂਮੈਂਟ ਦੇਣੇ ਪੈਣਗੇ। ਠੀਕ ਹੈ। ਜਦੋਂ ਉਹ ਸਾਰੀ ਡਾਕੂਮੈਂਟੇਸ਼ਨ ਆ ਗਈ, ਐਪਲੀਕੇਸ਼ਨ ਪੂਰੀ ਹੋ ਗਈ, ਉਸ ਤੋਂ ਬਾਅਦ ਜਿਹੜਾ ਫਾਰਮਰ ਜਿਹੜੇ ਐਡਜਸਟਰ ਨੇ ਉਹਦੀ ਅਸੈਸਮੈਂਟ ਕਰਨੀ।
ਅਸੈਸਮੈਂਟ ਕਰਦੇ ਨੇ ਕਿ ਇਹਦਾ ਜੀ ਇੰਨੇ 5 ਲੱਖ ਦਾ ਨੁਕਸਾਨ ਹੋਇਆ ਜਾਂ 3 ਲੱਖ ਦਾ ਨੁਕਸਾਨ ਹੋਇਆ, ਜੋ ਵੀ ਹੈ ਜੀ। ਉਹ ਅਸੈਸਮੈਂਟ ਕਰਨ ਤੋਂ ਬਾਅਦ ਜਦੋਂ ਅਸੈਸਮੈਂਟ ਹੋ ਗਈ, ਡਾਕੂਮੈਂਟੇਸ਼ਨ ਪੂਰੀ ਹੋ ਗਈ, ਐਡਜਸਟਰ ਉੱਥੇ ਜਿਹੜੀ ਐਡਵਾਂਸ ਪੇਮੈਂਟ ਜਾਰੀ ਕਰਨ ਦੀ ਸਿਫਾਰਿਸ਼ ਕਰ ਸਕਦਾ। ਠੀਕ ਹੈ ਜੀ। ਹਾਂਜੀ, ਕਿ ਇਹਨੂੰ ਇੰਨੀ ਐਡਵਾਂਸ ਪੇਮੈਂਟ ਤਾਂ ਦੇ ਦਿਓ। ਹਾਂਜੀ, ਉਸ ਤੋਂ ਬਾਅਦ ਆਪਾਂ ਬਾਕੀ ਦੀ ਜਿਹੜੀ ਚੈੱਕ ਚੁੱਕ ਕਰਨ ਤੋਂ ਬਾਅਦ ਦੇ ਦਾਂਗੇ। ਸੋ ਇਹ ਜਿਹੜਾ ਮੋਟੇ ਤੌਰ ਤੇ ਪ੍ਰੋਸੈਸ ਹੈਗਾ ਜੀ, ਇਹਦੇ 'ਚ ਅੰਗਰੇਜ਼ੀ ਦੇ ਵਿੱਚ ਤੇ ਪੰਜਾਬੀ ਬੋਲਣ ਵਾਲੇ। ਠੀਕ ਹੈ ਜੀ। ਇਹਦੇ 'ਚ ਜਾਂ ਅੰਗਰੇਜ਼ੀ ਵਾਲੇ ਬੰਦੇ ਜਾਂ ਸਾਡੇ ਪੰਜਾਬੀ ਫਾਰਮਰ ਨੇ, ਦੋਨੇ ਭਾਸ਼ਾਵਾਂ ਦਾ ਸਟਾਫ ਭਰਤੀ ਕੀਤਾ ਹੋਇਆ। ਉਹਦੇ 'ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਜੇ ਕੋਈ ਸਮੱਸਿਆ ਆਵੇ ਤਾਂ ਸਾਨੂੰ ਦੱਸਿਓ। ਠੀਕ ਹੈ ਜੀ। ਬਰਾੜ ਸਾਹਿਬ, ਕੀ ਹੈ ਪੈਕੇਜ, ਕੀ ਨਹੀਂ ਹੈ, ਕਲੀਅਰ ਕਰ ਦਿੱਤਾ ਤੁਸੀਂ। ਇਹ ਵੀ ਕਲੀਅਰ ਕਰਤਾ ਕਿ ਕਿਹੜੀ ਚੀਜ਼ ਇਹਦੇ ਵਿੱਚ ਸ਼ਾਮਿਲ ਹੋਏਗੀ, ਐਪਲੀਕੇਸ਼ਨ ਕਿੱਦਾਂ ਭਰਨੀ ਹੈ। ਜੀ ਜੀ। ਹੁਣ ਮੈਂ ਫੇਰ ਇੱਕ ਵਾਰੀ 2 ਚੀਜ਼ਾਂ ਕਲੀਅਰ ਕਰਦਾ ਕਿ ਇਹਦੇ ਵਿੱਚ ਇਨਕਮ ਲਾਸ ਸ਼ਾਮਿਲ ਨਹੀਂ ਹੈ, ਉਹਦਾ ਪੈਕੇਜ ਵੱਖਰਾ ਬਣ ਰਿਹਾ ਹੋਊਗਾ। ਜਾਣੀ ਕਿਉਂਕਿ ਬਹੁਤ ਵਾਰੀ ਟਿੱਪਣੀਆਂ ਇਦਾਂ ਪਹਿਲਾਂ ਆਉਣ ਲੱਗ ਪੈਂਦੀਆਂ ਹੁੰਦੀਆਂ। ਦੂਸਰੀ ਗੱਲ ਹੈ ਕਿ ਹਾਊਸਿੰਗ ਦਾ ਇਹਦੇ ਵਿੱਚ 3 ਲੱਖ ਤੋਂ ਉੱਪਰ ਵਾਲਾ ਸ਼ਾਮਿਲ ਨਹੀਂ ਹੈ। 3 ਲੱਖ ਤੱਕ ਤਾਂ ਆਲਰੇਡੀ ਚੱਲਦਾ ਹੈ। ਠੀਕ ਹੈ ਜੀ, ਇੰਨਾ ਹੀ ਗੱਲ ਹੈ। ਹਾਂ, ਇਨਕਮ ਲਾਸ ਦਾ ਜਿਹੜਾ ਪ੍ਰੋਗਰਾਮ ਆਲਰੇਡੀ ਚੱਲ ਵੀ ਰਿਹਾ। ਠੀਕ ਹੈ ਜੀ। ਐਗਰੀ ਸਟੇਬਿਲਿਟੀ ਉਹ ਪ੍ਰੋਗਰਾਮ ਆਲਰੇਡੀ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਪ੍ਰੋਗਰਾਮ ਸਰਕਾਰ, ਇਹ ਨਹੀਂ ਹੈ ਵੀ ਜੇ ਕੋਈ ਕੁਦਰਤੀ ਆਫਤ ਆ ਜੇ ਫਿਰ ਪ੍ਰੋਗਰਾਮ ਬਣਾਉਂਦੇ। ਇਹ ਪ੍ਰੋਗਰਾਮ ਬਣੇ ਹੋਏ ਨੇ, ਉਹ ਐਕਟਿਵ ਹੋ ਜਾਂਦੇ ਆ। ਠੀਕ ਹੈ ਜੀ। ਲੇਕਿਨ ਜਿਹੜੀਆਂ ਉਹ ਪ੍ਰੋਗਰਾਮ ਤੋਂ ਬਾਹਰ ਦੀਆਂ ਗੱਲਾਂ ਉਹ ਸਾਈਡ ਤੇ ਫਿਰ ਦੁਬਾਰਾ ਨਜਿੱਠੀਆਂ ਜਾਂਦੀਆਂ। ਸੋ ਉਹ ਐਗਰੀ ਸਟੇਬਿਲਿਟੀ ਪ੍ਰੋਗਰਾਮ ਹੈਗਾ, ਉਹਦੀ ਡੈਡਲਾਈਨ ਆ ਗਈ ਸੀਗੀ ਜੀ, ਪਰ ਉਹ ਡੈਡਲਾਈਨ ਸਰਕਾਰ ਨੇ ਐਕਸਟੈਂਡ ਕਰ ਦਿੱਤੀ ਹੈ। ਉਹਦੇ ਵਾਸਤੇ ਬਹੁਤ ਸਮਾਂ ਪਿਆ, ਪਰ ਉਹਦੇ ਵਾਸਤੇ ਐਪਲੀਕੇਸ਼ਨ ਦੇਣੀ ਜ਼ਰੂਰੀ ਹੈ। ਬਲਕਿ ਇਹ ਵੀ ਹੈਗਾ ਵੀ ਜੇ ਉੱਥੇ ਤੁਹਾਡੀ ਐਪਲੀਕੇਸ਼ਨ ਦਿੱਤੀ ਹੋਈ ਹੈ ਤਾਂ ਤੁਹਾਨੂੰ ਇਹਦੀ ਨਵੀਂ ਐਪਲੀਕੇਸ਼ਨ ਦੇਣ ਦੀ ਲੋੜ ਨਹੀਂ ਪੈਣੀ, ਕਿਉਂਕਿ ਉੱਥੇ ਤੁਹਾਡਾ ਸਾਰੀ ਇਨਫੋਰਮੇਸ਼ਨ ਹੈਗੀ ਆ। ਉਹ ਸਰਕਾਰ ਨੇ ਉੱਥੋਂ ਪੁੱਲ ਕਰ ਕੇ ਤੇ ਤੁਹਾਡੇ ਬਾਰੇ ਜਿਹੜੀ ਅਸੈਸਮੈਂਟ ਕਰਕੇ ਫੈਸਲਾ ਕਰ ਦੇਣਾ ਹੈ। ਠੀਕ ਹੈ ਨਾ ਜੀ। ਸੋ ਉਹਦੇ ਵਾਸਤੇ ਤਾਂ ਜਿਹੜੀ ਐਗਰੀ ਸਟੇਬਿਲਿਟੀ ਪ੍ਰੋਗਰਾਮ ਹੈ, ਜਿਹੜਾ ਫਾਰਮ ਦੀ ਜਿਹੜੀ ਇਨਕਮ ਉਦੋਂ ਵੱਡੀ ਹੈ, ਉਹਦੇ ਵਾਸਤੇ ਸੂਬਾ ਸਰਕਾਰ, ਫੈਡਰਲ ਸਰਕਾਰ ਇਸ ਵੇਲੇ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਹਦਾ ਪੈਕੇਜ ਅਨਾਊਂਸ ਹਾਲੇ ਹੋਣਾ। ਠੀਕ ਹੈ ਜੀ। ਬਰਾੜ ਸਾਹਿਬ, ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਮੰਨ ਲਓ ਕਿ ਕਿਉਂਕਿ ਕਿਸਾਨ ਜਦੋਂ ਬੰਦੇ ਨੂੰ ਘਰੋਂ ਜਾਣਾ ਪੈਂਦਾ ਨਾ, ਉਦੋਂ ਦੁੱਖ ਬੜਾ ਹੁੰਦਾ ਹੈ। ਸਮਾਨ, ਕਾਗਜ਼ ਪੱਤਰ ਸਾਰਾ ਕੁਝ ਰਹਿ ਗਿਆ, ਨਿੱਕੇ ਨਿਆਣੇ ਚੱਕ ਕੇ ਲੋਕ ਕਿਰਾਏ ਦੇ ਉੱਤੇ ਘਰਾਂ ਤੇ ਰਿਸ਼ਤੇਦਾਰਾਂ ਦੇ ਕੋਲੇ ਰਹੇ। ਜੇ ਅਜੇ ਵੀ ਕਿਸੇ ਨੂੰ ਲੱਗੂਗਾ ਕਿ ਪੂਰੀ ਗੱਲ ਨਹੀਂ, ਸਾਡੀ ਕੋਈ ਚੀਜ਼ ਵਿੱਚੋਂ ਰਹਿ ਗਈ ਆ, ਮੰਨ ਲਓ ਕਿਉਂਕਿ ਸਰਕਾਰ ਨੇ ਤਾਂ ਤੁਹਾਡੇ ਪੱਖ ਤੋਂ ਦੇਖੀਏ, ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੋਊਗੀ, ਫਿਰ ਵੀ ਜੇ ਕਿਸਾਨਾਂ ਨੂੰ ਲੱਗੇ ਕੋਈ ਚੀਜ਼ ਰਹਿ ਗਈ ਹੈ, ਸੰਪਰਕ ਉਹ ਕਰ ਸਕਦੇ। ਅਜੇ ਸਰਕਾਰ ਜਾਣੀ ਤਿਆਰ ਹੈ ਅਜੇ ਉਸ ਗੱਲ ਦੇ ਲਈ ਵੀ। ਬਹੁਤ ਸਾਰੇ ਜਿਹੜੇ ਨਾ ਜੀ, ਜਦੋਂ ਇਹ ਪ੍ਰੋਗਰਾਮ ਕੀਤਾ ਜਾਂਦਾ, ਤੁਹਾਨੂੰ ਪਤਾ ਵੀ ਇਹਦੇ 'ਚ ਬਹੁਤ ਜ਼ਿਆਦਾ ਵੱਖਰੀਆਂ ਚੀਜ਼ਾਂ ਨੇਗੀਆਂ ਜੀ। ਬੜੀ ਕਿਸਮ ਦੇ ਫਾਰਮ ਨੇ, ਇੱਕੋ ਹੀ ਫਾਰਮਰ ਦੇ ਕੋਲੇ 5 ਕਿਸਮ ਦੀ ਬੇਰੀ ਹੈ, ਉਹਦੀ 7 ਕਿਸਮ ਦੀ ਉਮਰ ਹੈ। ਸੋ ਇਹ ਇੰਨਾ ਸੌਖਾ ਕੰਮ ਨਹੀਂਗਾ। ਠੀਕ ਹੈ ਜੀ। ਇਹ ਜੋ ਸਰਕਾਰ ਨੇ ਕੀਤਾ ਹੈ, ਇਹ ਬਰੌਡ ਜਿਹੜਾ ਪ੍ਰੋਗਰਾਮ ਬਣਾ ਕੇ ਪੇਸ਼ ਕੀਤਾ। ਲੇਕਿਨ ਹੁਣ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ, ਜਿਹੜੀ ਆਪਾਂ ਗੱਲ ਕਰ ਨਹੀਂ ਸਕੇ। ਜੇ ਕੰਪਨਸੇਸ਼ਨ ਤੁਸੀਂ ਲੈਣੀ ਆ ਤਾਂ ਤੁਹਾਡੀ ਫਾਰਮ ਦੀ ਓਨਰਸ਼ਿਪ 50+1 ਹੋਣੀ ਚਾਹੀਦੀ ਹੈ। ਠੀਕ ਹੈ ਜੀ। ਦੁਬਾਰਾ ਸਮਝਾਇਓ ਜੀ। ਜੇ ਤੁਸੀਂ ਕੰਪਨਸੇਸ਼ਨ, ਜਿਹੜਾ ਬੰਦਾ ਲੈਣ ਵਾਲਾ ਐਲੀਜੀਬਲ ਹੈਗਾ ਜੀ, ਉਹਦੀ ਫਾਰਮ ਦੀ ਓਨਰਸ਼ਿਪ 50+1 ਹੋਣੀ ਚਾਹੀਦੀ ਹੈ। ਅੱਧਿਓਂ ਵੱਧ ਚਾਹੀਦੀ ਹੈ। ਹਾਂਜੀ, ਠੀਕ ਹੈ। ਜੇ ਜਿੱਥੇ ਉਹ ਨਹੀਂ, ਕਈ ਵਾਰੀ ਪਾਰਟਨਰਸ਼ਿਪ ਨਹੀਂ, ਅਸੀਂ ਉਹਨੂੰ ਨਾ ਨਹੀਂ ਕਰ ਰਹੇ, ਪਰ ਇਸ ਵੇਲੇ ਰੂਲ ਬਣਿਆ ਜੇ ਤਾਂ 50+1 ਹੈ ਤਾਂ ਫਿਰ ਉਹਦੇ ਤੇ ਕੋਈ ਸਵਾਲ ਨਹੀਂ ਹੋਣਾ। ਠੀਕ ਹੈ। ਜੇ ਉਦੋਂ ਕਿਤੇ ਹੋਰ ਚੀਜ਼ ਹੈ, ਫਿਰ ਜਿਹੜਾ ਐਡਜਸਟਰ ਹੈ ਜੀ, ਉਹਨੇ ਢੰਗ ਲੱਭਣਾ ਵੀ ਇਹਨੂੰ ਕਿਵੇਂ ਡੀਲ ਕਰਨਾ। ਸੋ ਜਿਹੜਾ ਐਡਜਸਟਰ ਹੈਗਾ, ਐਟ ਦੀ ਐਂਡ ਆਫ ਦੀ ਡੇ ਇੱਕ ਐਡਜਸਟਰ ਨਹੀਂ ਹੋਣਾ, ਕਈ ਹੋਣੇ ਆ ਜੀ। ਜਦੋਂ ਉਹਨਾਂ ਕੋਲ ਲਗਾਤਾਰ ਐਪਲੀਕੇਸ਼ਨ ਜਾਣੀ ਹੈ, ਫਾਰਮਰ ਨੇ ਆਪਣੀ ਗੱਲਬਾਤ ਦੱਸਣੀ ਹੈ, ਉਹਨਾਂ ਨੂੰ ਦੱਸਣ ਤੋਂ ਬਾਅਦ ਜਦੋਂ ਜਿਹੜਾ ਹੈਗਾ ਉਹਦੇ ਵਿੱਚ ਕੋਈ ਕਾਮਨ ਟ੍ਰੈਂਡ ਆ ਰਿਹਾ ਵੀ ਆਹ ਚੀਜ਼ ਇਹਦੇ 'ਚੋਂ ਕਿਤੇ ਨਾ ਕਿਤੇ ਮਿਸ ਹੈ ਜਾਂ ਆਹ ਚੀਜ਼ ਕਿਤੇ ਨਾ ਕਿਤੇ ਮਿਸ ਹੈ ਜੀ, ਉਹ ਫਿਰ ਨੈਚੁਰਲੀ ਜਿਹੜੇ ਜਿੰਨੇ ਵੀ ਉਹ ਐਡਜਸਟਰ ਹੈਗੇ ਉਹਨਾਂ ਦੀ ਵੀ ਮੀਟਿੰਗ ਹੋਣੀ ਹੈ। ਉਹ ਫਿਰ ਮੀਟਿੰਗ ਹੋ ਕੇ ਅੱਗੇ ਜਾਣੀ ਹੈ ਗੱਲ, ਉਹਨਾਂ ਚੀਜ਼ਾਂ ਦੇ ਹੱਲ ਵੀ ਜਿਹੜੇ ਲੱਭੇ ਜਾ ਸਕਦੇ ਆ। ਉਹ ਪਰ ਐਡਜਸਟਰ ਹੀ ਹੈ ਜਿਹਦੇ ਕੋਲੇ ਇਹ ਗੱਲਾਂ ਜਾਣੀਆਂ, ਉਹਨਾਂ ਦੇ ਉੱਤੋਂ ਹੀ ਸਾਰੀ ਇਨਫੋਰਮੇਸ਼ਨ ਇਕੱਠੀ ਹੋ ਕੇ ਸਮਰੀ ਹੋ ਕੇ ਮੰਤਰੀ ਕੋਲੇ ਜਾਣੀ ਹੈ, ਮੰਤਰੀ ਕੋਲੋਂ ਸਰਕਾਰ ਕੋਲੇ ਆਉਣੀ। ਹਾਂਜੀ, ਜੇ ਮੈਨੂੰ ਦੱਸਣਗੇ ਉਹ ਮੈਨੂੰ ਦੱਸ ਸਕਦੇ, ਜੀ ਐਂ ਦੱਸਣ ਜੀ, ਪਰ ਉਹ ਜੇ ਉੱਥੇ ਜਾਵੇ ਇਨਫੋਰਮੇਸ਼ਨ ਤਾਂ ਸਭ ਤੋਂ ਵਧੀਆ ਉਹੀ ਦੱਸ ਜਾਣੀ। ਤੁਹਾਡੇ ਰਾਹੀਂ ਵੀ ਉੱਥੇ ਹੀ ਆ ਜਾਣੀ, ਉੱਥੇ ਹੀ ਆ। ਠੀਕ ਹੈ, ਉੱਥੇ ਜਾਣੀ। ਬਿਲਕੁਲ ਠੀਕ ਹੈ। ਬਰਾੜ ਸਾਹਿਬ, ਉਮੀਦ ਕਰਦੇ ਹਾਂ ਕਿਉਂਕਿ ਦੇਸ਼ ਬਹੁਤ ਵਧੀਆ, ਸਾਰੀ ਦੁਨੀਆ ਇਸ ਦੇਸ਼ ਦੇ ਵੱਲ ਨੂੰ ਦੇਖਦੀ ਹੈ ਕਿ ਭਾਈ ਮਨੁੱਖੀ ਕਦਰਾਂ ਕੀਮਤਾਂ ਦਾ ਧਾਰਨੀ ਦੇਸ਼ ਹੈ ਤੇ ਬੰਦੇ ਨੂੰ ਬੰਦਾ ਸਮਝਣ ਵਾਲਾ ਦੇਸ਼ ਹੈ, ਤੇ ਬਾਕੀ ਦੁਨੀਆ ਤਾਂ ਸਗੋਂ ਇੱਥੋਂ ਸੇਧ ਲੈਂਦੀ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਕਿਸਾਨ ਨੇ, ਫਾਰਮਰ ਨੇ, ਜਿੰਨਾ ਕੁ ਨੁਕਸਾਨ ਹੋਇਆ ਉਹ ਦੁਬਾਰਾ ਬਹੁਤ ਛੇਤੀ ਪੈਰਾਂ ਸਿਰ ਆਉਣ। ਇੱਕ ਆਖਰੀ ਗੱਲ ਮੇਰੇ ਮਨ 'ਚ ਆ ਗਈ, ਉਦੋਂ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਜੀ ਰਿਪੋਰਟਾਂ ਬਣੀਆਂ, 5-5, 7-7 ਰਿਪੋਰਟਾਂ ਬਣੀਆਂ, ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਕਿ ਜਿਨ੍ਹਾਂ ਕਾਰਨਾਂ ਦੇ ਕਰਕੇ ਹੜ੍ਹ ਆਏ ਸੀ, ਚਾਹੇ ਉਹ ਫੈਡਰਲ ਗਵਰਨਮੈਂਟ ਦੇ ਅੰਡਰ ਆਉਂਦਾ ਹੋਵੇ, ਭਾਵੇਂ ਪ੍ਰੋਵਿੰਸ਼ੀਅਲ, ਭਾਵੇਂ ਕਿਤੇ ਵੀ ਹੈ, ਕਿ ਉਧਰਲੇ ਪਾਸੇ ਨੂੰ ਵੀ ਸਰਕਾਰਾਂ ਦਾ ਧਿਆਨ ਥੋੜ੍ਹਾ ਜਿਹਾ ਹੈਗਾ ਕਿ ਭਵਿੱਖ 'ਚ ਇੱਧਰ ਨੁਕਸਾਨ ਨਾ ਹੋਵੇ। ਬਿਲਕੁਲ।
ਜਿਹੜੀ ਡਾਈਕਸ ਹੈਗੀਆਂ ਜੀ ਜਾਂ ਜਿਹੜੇ ਬੰਨੇ ਸੀ ਆਪਾਂ ਕਹਿ ਜੀ। ਸਕਦੇ ਹਾਂ, ਉਹ ਟੁੱਟੇ ਨੇ। ਠੀਕ ਹੈ ਨਾ ਜੀ। ਹੁਣ ਇੱਕ ਤਾਂ ਹੈਗਾ ਵੀ ਬੰਨਾ ਆਪਾਂ ਬਣਾ ਲਓ, ਕਿੰਨਾ ਉੱਚਾ ਬਣਾ ਸਕਦੇ ਹਾਂ ਜੀ। ਕਿ ਉਹ ਤੁਹਾਨੂੰ ਅਲਟੀਮੇਟਲੀ ਜਿਹੜਾ ਸਾਡੀ ਜਿੰਨੀ ਕਿ ਸਾਡੀ ਸੁੱਧ ਬੁੱਧ ਜਿਹੜੀ ਹੈਗੀ ਹੈ ਉਸ ਸਮੇਂ ਦੀ ਸਾਇੰਟੀਫਿਕ ਸਾਡੀ ਨੌਲੇਜ ਹੈਗੀ ਹੈ, ਇੰਜੀਨੀਅਰ ਨੇ ਦੱਸਣਾ ਕਿ ਭਾਈ ਇਹ 5 ਫੁੱਟ ਉੱਚਾ ਹੋਣਾ ਚਾਹੀਦਾ, 6 ਉੱਚਾ ਹੋਣਾ ਚਾਹੀਦਾ, ਜੀ ਜਿਹੜੀ ਪਿਛਲੇ 50 ਸਾਲ ਦੀ ਜਿਹੜੀ ਰੇਨ ਦੇ ਮੁਤਾਬਕ ਇੰਨਾ ਹੋਣਾ ਚਾਹੀਦਾ ਵਗੈਰਾ ਵਗੈਰਾ ਵਗੈਰਾ। ਉਹ ਹੈ। ਪਰ ਹਕੀਕਤ 'ਚ ਕੀ ਹੋਇਆ ਵੀ ਜਿਹੜਾ ਇਸ ਵੇਲੇ ਜਿਹੜਾ ਐਕਸਟ੍ਰੀਮ ਵੈਦਰ ਕਰਕੇ ਜਿਹੜੀਆਂ ਵੈਦਰ ਆਪਾਂ ਨੂੰ ਪਤਾ ਕਲਾਈਮੇਟ ਚੇਂਜ ਜਿਹੜੀ ਹੋ ਰਹੀ ਹੈ, ਉਹਦੇ ਨਾਲ ਬਹੁਤ ਸਾਰੇ ਥਾਵਾਂ ਦੇ ਉੱਤੇ ਜੋ ਪਿੱਛੇ ਇਤਿਹਾਸ 'ਚ ਹੋਇਆ ਉਦੋਂ ਕਿਤੇ ਵੱਡੀਆਂ ਚੀਜ਼ਾਂ ਹੋ ਜੀ। ਰਹੀਆਂ। ਸੋ ਜਿਹੜਾ ਮੀਂਹ ਪਿਆ ਜਿਹੜਾ ਉਹ ਕਿਤੇ ਵੱਡਾ, ਜੇ ਉਹ ਆਪਾਂ ਉਦੋਂ ਵੱਡੇ ਵੀ ਕੀਤੇ ਹੁੰਦੇ ਫਿਰ ਵੀ ਪਾਣੀ ਸੜਕ ਤੋਂ ਹੀ ਨਿਕਲ ਜਾਂਦਾ। ਜੀ ਠੀਕ ਹੈ ਨਾ ਜੀ। ਸੋ ਇਸ ਕਰਕੇ ਇਹਦਾ ਜਿਹੜਾ ਲੌਂਗ ਟਰਮ ਸੋਲੂਸ਼ਨ ਜਿਹੜਾ ਹੈਗਾ, ਜੇ ਆਪਾਂ ਕਹੀਏ ਤਾਂ ਇੱਕ ਪਾਸੇ ਤਾਂ ਹੈਗਾ ਜਿਹੜਾ ਐਕਸਟ੍ਰੀਮ ਵੈਦਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਐਡਰੈਸ ਕਰਨਾ। ਜੀ ਹਾਂਜੀ, ਉਹ ਇੱਕ ਵੱਖਰੀ ਸਾਈਡ ਹੈ। ਪਰ ਜਿੱਥੋਂ ਤੱਕ ਡਾਈਕਸ ਦੀ ਗੱਲ ਹੈਗੀ ਹੈ, ਉਹ ਇਸ ਵੇਲੇ ਜਿਹੜੀ ਕਮੇਟੀ ਬਣੀ ਹੋਈ ਹੈ, ਕਮੇਟੀ ਜਿਹੜੀ ਹੈਗੀ ਮੁਕੰਮਲ ਤੌਰ ਦੇ ਉੱਤੇ ਰਿਵਿਊ ਕਰ ਰਹੀ ਹੈ। ਜੀ ਰਿਵਿਊ ਕਰਕੇ ਵੀ ਵਿਦਨ BC ਅਸੀਂ ਕੀ ਕਰ ਸਕਦੇ ਹਾਂ, ਉਹ ਫਿਰ ਫੈਡਰਲ ਸਰਕਾਰ ਨਾਲ ਗੱਲਬਾਤ ਕਰਕੇ ਜਿਹੜੀ ਫੰਡਿੰਗ ਮੁਹੱਈਆ ਕਰਕੇ ਤਾਂ ਉਹਨੂੰ ਜਿੰਨਾ ਅਸੀਂ ਕਰ ਸਕਦੇ ਹਾਂ, ਕਿਉਂਕਿ ਜਿਹੜੀ ਇੱਕ ਪ੍ਰੋਗਰਾਮ ਸਾਡਾ ਹੈਗਾ ਉਹਦੇ ਨਾਲ ਰਿਪੇਅਰ ਹੋ ਸਕਦੀ ਹੈ। ਜੀ ਉਹ ਤਾਂ ਚੱਲ ਰਹੀ ਹੈ, ਉਹਦੇ ਨਾਲ ਰਿਪੇਅਰ ਹੋ ਜੂ ਕਿ ਵੀ ਇੰਨੀ ਉੱਚੀ ਸੀ, ਇੰਨੀ ਉੱਚੀ ਦੁਬਾਰੇ ਬਣ ਗਈ। ਜੀ ਲੇਕਿਨ ਜਿਹਦੀ ਇੰਪਰੂਵਮੈਂਟ ਜਿਹੜੀ ਹੈਗੀ ਹੈ ਉਹਦੇ ਵਾਸਤੇ ਜਿਹੜੀ ਕਮੇਟੀ ਬਣ ਚੁੱਕੀ ਹੈ, ਉਹ ਕਮੇਟੀ ਫੈਡਰਲ ਸਰਕਾਰ ਨਾਲ ਗੱਲਬਾਤ ਕਰਕੇ, ਮਾਹਰਾਂ ਨਾਲ ਗੱਲਬਾਤ ਕਰਕੇ ਉਹਦੇ ਜੋ ਵੀ ਰਿਕਮੈਂਡੇਸ਼ਨ ਹੋਣਗੀਆਂ ਜੀ ਉਹਦੇ ਮੁਤਾਬਕ ਫੰਡਿੰਗ ਜਿਹੜੀ ਹੈਗੀ ਅਸੀਂ ਟਰੂਡੋ ਸਰਕਾਰ ਨੂੰ ਬੇਨਤੀ ਕਰਾਂਗੇ, ਕੋਲੋਂ ਆਪਦੇ ਪਾਵਾਂਗੇ, ਉਹ ਫਿਰ ਉਹਨਾਂ ਦੀ ਰਿਪੇਅਰ ਉਸ ਹਿਸਾਬ ਨਾਲ ਹੋਣੀ ਹੈ। ਇਹਦੇ 'ਚ ਇੱਕ ਇੰਟਰਨੈਸ਼ਨਲ ਮਸਲਾ ਵੀ ਹੈਗਾ, ਕੋਈ ਪਾਣੀ ਪਰਲੇ ਪਾਸਿਓਂ ਅਮਰੀਕਾ ਵੱਲੋਂ ਆਉਂਦਾ, ਉਹ ਇੱਕ ਇੰਟਰਨੈਸ਼ਨਲ ਮਸਲਾ ਹੈਗਾ। ਉਹ ਟਰੂਡੋ ਸਰਕਾਰ ਉਸ 'ਤੇ ਕੰਮ ਕਰ ਸਕਦੀ ਹੈ, ਅਸੀਂ ਨਹੀਂ ਕਰ ਸਕਦੇ, ਹੈ ਨਾ। ਸੋ ਉਹ ਕੰਮ ਚੱਲ ਰਿਹਾ ਜੀ। ਠੀਕ ਹੈ ਜੀ। ਪਰ ਇਹ 'ਚ ਇੱਕ ਗੱਲ ਮੈਂ ਉਹ ਦੱਸਣੀ ਚਾਹੁੰਦਾ, ਇਹਦੇ 'ਚ ਜਿਹੜੀ ਫਾਰਮਰਸ ਵਾਸਤੇ ਬੜਾ ਜ਼ਰੂਰੀ ਹੈ ਜਾਣਨਾ ਕਿ ਜਿਹੜੀ ਸਾਡੀ ਐਗਰੀਕਲਚਰ ਮਿਨਿਸਟਰੀ ਹੈ, ਉਹ ਇੱਕ ਇੰਸ਼ੋਰੈਂਸ ਵੀ ਜਿਹੜੀ ਕੋਆਰਡੀਨੇਟ ਕਰਦੀ ਹੈ ਫਾਰਮਰਸ ਵਾਸਤੇ, ਕਰਦੀ ਹੈ ਜੀ, ਔਰ ਉਹ ਬੜੀ ਚੀਪ ਆ। ਸੋ ਉਹ ਇੰਸ਼ੋਰੈਂਸ ਵੀ ਜੇ ਕਿਸੇ ਨੇ ਨਹੀਂ ਕਰਾਈ, ਮੂਵਿੰਗ ਫਾਰਵਰਡ ਜਿਹੜੀ ਹੈਗੀ ਉਹ ਜ਼ਰੂਰ ਜਿਹੜੀ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ। ਉਹਦੇ 'ਚ ਮੇਰੇ ਲਈ ਵੈਸੇ ਹੈਰਾਨੀ ਹੈ, ਮੈਂ 3 ਵਾਰੀ ਇਹ ਸਵਾਲ ਵਾਪਸ ਪੁੱਛਿਆ ਡਿਪਟੀ ਮਿਨਿਸਟਰ ਨੂੰ ਵੀ ਇਹ ਸੱਚ ਹੈ। ਨਹੀਂ, ਮੈਂ ਤੁਹਾਨੂੰ ਪੁੱਛਣ ਲੱਗਿਆ ਕਿ ਤੁਸੀਂ ਕਿਹਾ ਚੀਪ ਇੰਸ਼ੋਰੈਂਸ ਹੈ, ਕੀ ਫਾਰਮਰ ਦੀ ਜੇਬ ਅਲਾਓ ਕਰੂਗੀ ਉਹ ਕਰਾਉਣ ਨੂੰ ਇੰਨੇ ਕੁ ਪੈਸੇ? ਮੈਂ ਤੁਹਾਨੂੰ ਦੱਸਦਾ ਨਾ ਜੀ ਕਿ ਵੀ ਇਹ ਸੱਚ, ਉਹ ਕਹਿੰਦੇ ਸੱਚ ਹੈ। ਇਹ $300 ਲਾ ਕੇ ਐਨੂਅਲ 60 ਏਕੜ ਦੇ ਫਾਰਮ ਦੇ ਉੱਤੇ $300, ਹਾਂ, ਉਹਦੀ 3,25,000 ਦੀ ਕਵਰੇਜ ਇਸ ਹਾਲਾਤ ਦੇ ਵਿੱਚ ਹੋ ਸਕਦੀ ਸੀ ਜੋ ਹੋਇਆ। ਜੇ 1 ਸਾਲ 60 ਏਕੜ, ਹਾਂ, $300। ਠੀਕ ਹੈ ਜੀ। ਇਹ ਇਨਫੋਰਮੇਸ਼ਨ ਦਿੱਤੀ ਉਹਨਾਂ ਨੇ। ਇਹ ਮਿਨੀਮਮ ਜਿਹੜੀ ਕਵਰੇਜ ਉਹਦੀ ਹੈਗੀ ਹੈ, ਜੇ ਪੂਰੀ ਕਰਾਉਣੀ ਹੈ ਤਾਂ ਉਹ $5,000 ਹੈ। ਠੀਕ ਹੈ ਜੀ। ਉਹਦੇ ਨਾਲ ਜੋ ਆਪਣਾ ਡੈਮੇਜ ਹੋਇਆ ਇਸ ਵੇਲੇ, ਤਾਂ ਉਹਦੀ ਕੋਈ 6 ਲੱਖ ਤੋਂ ਉੱਪਰ ਕਵਰੇਜ ਹੋ ਸਕਦੀ ਸੀ। ਠੀਕ ਹੈ ਜੀ। ਬਰਾੜ ਸਾਹਿਬ, ਤੁਸੀਂ ਜੁੜੇ, ਤੁਸੀਂ ਆਏ, ਜਾਣਕਾਰੀ ਇਸ ਪੈਕੇਜ ਦੇ ਬਾਰੇ ਦਿੱਤੀ। ਅਸੀਂ ਉਮੀਦ ਕਰਦੇ ਹਾਂ ਕਿ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਅੰਡਰ ਪ੍ਰੋਸੈਸ ਨੇ ਉਹ ਵੀ ਛੇਤੀ ਜਿਹੜੀਆਂ ਉਹ ਮੁਕੰਮਲ ਹੋਣ, ਤੇ ਤੁਸੀਂ ਜੁੜੇ ਹੋ, ਤੇ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਜੇ ਕੁਝ ਸਵਾਲ ਹੋਣਗੇ ਤਾਂ ਫਿਰ ਜ਼ਰੂਰ ਤੁਸੀਂ ਇੱਦਾਂ ਹੀ ਆ ਕੇ ਚਾਨਣ ਪਾਓਗੇ। ਬਹੁਤ ਸ਼ੁਕਰੀਆ ਜੀ। ਬਹੁਤ ਮਿਹਰਬਾਨੀ ਜੀ। ਮੈਂ ਅੰਤ ਦੇ ਵਿੱਚ ਸਿਰਫ ਬੜੀ ਕੁਇਕਲੀ ਜਿਹੜਾ ਬਲੂਬੇਰੀ ਫਾਰਮਰਸ ਹੈਗੇ ਆ, ਮੈਂ ਉਹਨਾਂ ਦੇ ਬੜਾ ਨੇੜੇ ਹੋ ਕੇ ਕੰਮ ਕੀਤਾ, ਉਹਨਾਂ ਦਾ ਧੰਨਵਾਦ ਕਰਦਾ। ਉਹਨਾਂ ਨੇ ਬਹੁਤ ਪੇਸ਼ੈਂਸ ਤੋਂ ਕੰਮ ਲਿਆ, ਬੜਾ ਸਹਿਯੋਗ ਦਿੱਤਾ ਹੈ। ਜਸਵੰਤ ਸਿੰਘ ਵਰਗੇ ਹੈਗੇ, ਉਹ ਤੁਹਾਡੇ ਵੀ ਆਏ ਨੇ ਜੀ, ਉਹਨਾਂ ਦੇ ਨਾਲ ਮੇਰੇ ਦੇਵ ਹੈਗੇ ਆ ਜੀ ਜੀ, ਤੇ ਦਵਿੰਦਰ ਬਰਾੜ ਵਰਗੇ, ਉਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਮੈਨੂੰ ਸਾਰਿਆਂ ਦੇ ਮੇਰੇ ਕੋਲ ਨਾਂ ਨਹੀਂ ਗਏ ਕਿ ਉਹਨਾਂ ਨੇ ਬੜੀ ਜਿਹੜੀ ਸੁਚੱਜੇ ਢੰਗ ਨਾਲ ਆਪਣੀ ਲੀਡਰਸ਼ਿਪ ਦਿਖਾਈ ਹੈ, ਤੇ ਅਸੀਂ ਉਹਨਾਂ ਨਾਲ ਰਲ ਕੇ ਜਿਹੜਾ ਲਗਾਤਾਰ ਕੰਮ ਕਰਦੇ ਰਹਾਂਗੇ ਤਾਂ ਕਿ ਜਿਹੜਾ ਬਲੂਬੇਰੀ ਫਾਰਮਰਸ ਦਾ ਜਾਂ ਬਾਕੀ ਫਾਰਮਰਸ ਦਾ ਕੰਮ ਵੀ ਹੈ ਉਹ ਵਧੀਆ ਤਰੀਕੇ ਨਾਲ ਨੇਪਰੇ ਚੜ੍ਹ ਸਕੇ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੋ ਜਗਰੂਪ ਬਰਾੜ ਜੀ MLA ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਸੂਬੇ ਦੇ, ਤੇ ਇੱਥੇ ਹੜ੍ਹਾਂ ਦੀ ਮਾਰ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀ, ਅਸੀਂ ਬਹੁਤ ਚੰਗੇ ਤਰੀਕੇ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ। ਇੱਕ ਪਾਸੇ ਸਰਕਾਰ ਦਾ ਦਾਅਵਾ ਸੀ ਕਿ ਅਸੀਂ ਕੁਝ ਨਾ ਕੁਝ ਕਰਾਂਗੇ, ਦੂਜੇ ਪਾਸੇ ਕਿਸਾਨ ਜਾਂ ਪ੍ਰਭਾਵਿਤ ਧਿਰਾਂ ਸੀ ਜਿਨ੍ਹਾਂ ਨੂੰ ਐਂ ਲੱਗਦਾ ਸੀ ਕਿ ਭਾਈ ਨੁਕਸਾਨ ਵਾਹਵਾ ਹੋ ਗਿਆ, ਲੱਖੋਂ ਕੱਖ ਦੇ ਹੋ ਗਿਆ ਮਿੰਟਾਂ ਦੇ ਵਿੱਚ, ਤੇ ਹੁਣ ਸਰਕਾਰ ਛੇਤੀ ਤੋਂ ਛੇਤੀ ਬਾਂਹ ਫੜੇ। ਪੈਕੇਜ ਪਹਿਲਾਂ ਆ ਗਿਆ, ਬਾਕੀ ਚੀਜ਼ਾਂ ਅੰਡਰ ਪ੍ਰੋਸੈਸ ਨੇ, ਇਹ ਫਾਈਨਲ ਨਹੀਂ ਹੈ। ਬਹੁਤ ਸਾਰੀਆਂ ਚੀਜ਼ਾਂ ਹੋਰ ਮੈਨੂੰ ਲੱਗਦਾ ਕਿ ਸਾਹਮਣੇ ਆਉਣਗੀਆਂ। ਬਾਕੀ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ, ਤੁਹਾਡੀਆਂ ਕੋਈ ਟਿੱਪਣੀਆਂ ਹੋਣ ਤਾਂ ਬਿਲਕੁਲ ਠੀਕ ਸਭਿਕ ਭਾਸ਼ਾ ਦੇ ਵਿੱਚ ਤੁਸੀਂ ਆਪਦੀਆਂ ਟਿੱਪਣੀਆਂ ਕਰ ਸਕਦੇ ਹੋ। ਆਪਾਂ ਬਰਾੜ ਸਾਹਿਬ ਨੂੰ ਦੁਬਾਰਾ ਹੱਕ ਮਾਰ ਲਾਂਗੇ। ਇੱਥੇ ਦਿਓ ਪਰਮਵੀਰ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।